ਮਾਂ ਪਿਓ ਤਾਂ 20 ਲੱਖ ਰੁਪਏ ਲਾ ਕੇ ਭੇਜ ਦਿੰਦੇ ਨੇ, ਪਰ ਉਹ ਜਿਹੜਾ ਪੈਸੇ ਦਾ ਫਰਕ ਹੈ 1 ਰੁਪਇਆ ਵਰਸਸ 60 ਰੁਪਏ ਜਾਂ 1 ਰੁਪਇਆ ਵਰਸਸ 80 ਰੁਪਏ ਜਾਂ 1 ਰੁਪਇਆ ਵਰਸਸ 90 ਰੁਪਏ ਜਾਂ 100 ਰੁਪਇਆ, ਉਹ ਫਰਕ ਉੱਥੇ ਜਾ ਕੇ ਮਹਿਸੂਸ ਹੁੰਦਾ ਸਭ ਤੋਂ ਪਹਿਲਾਂ ਤਾਂ ਉਸ ਵਿਦਿਆਰਥੀ ਨੂੰ। ਇੱਕ ਪਾਸੇ ਪੜ੍ਹਾਈ ਦਾ ਬੋਝ, ਦੂਸਰੇ ਪਾਸੇ ਆਪਣੇ ਆਪ ਨੂੰ ਆਪਣੀ ਜੀਵਨ ਜਾਂਚ ਨੂੰ ਚਲਾਉਣ ਦੇ ਲਈ ਆਪਣੀ ਰੋਜ਼ੀ ਰੋਟੀ ਦੀ ਫਿਕਰ। ਇੱਥੋਂ ਵਿਦਿਆਰਥੀ ਚਲੇ ਜਾਂਦੇ ਨੇ, ਹੁਣ ਉੱਥੇ ਉਹਨਾਂ ਕੋਲ 2 ਹੀ ਰਸਤੇ ਹੁੰਦੇ ਨੇ, ਜਾਂ ਤਾਂ ਇੱਕ ਰਸਤਾ ਜਿਹੜਾ ਗਲਤ ਪਾਸੇ ਜਾ ਰਿਹਾ, ਇੱਕ ਰਸਤਾ ਜਿਹੜਾ ਚੰਗੇ ਪਾਸੇ ਜਾ ਰਿਹਾ ਹੈ ਨਾ। ਇੱਕ ਬਸ ਰਸਤਾ ਜਿਹੜਾ ਬਿਲਕੁਲ ਔਖ ਭਰਿਆ, ਉਹ ਵਿਚਾਰਾ ਨਾ ਇੱਧਰ ਤੁਰਦਾ ਨਾ ਉੱਧਰ ਤੁਰਦਾ, ਉਸ ਔਕੜ ਵਾਲੇ ਰਸਤੇ ਦੇ ਉੱਤੇ ਜਿਹੜਾ ਉੱਬੜ ਖਾਬੜ ਆ ਉਹਦੇ ਤੇ ਕਦੀ ਇੰਝ ਗਿਰਦਾ, ਕਦੀ ਇੰਝ ਗਿਰਦਾ, ਕਦੀ ਇੰਝ ਗਿਰਦਾ। ਸੋ ਉਸ ਰਸਤੇ ਤੇ ਤੁਰਿਆ ਜਾਂਦਾ। ਬਹੁਤ 3-4 ਸਾਲ ਜਾ ਕੇ ਰਹਿ ਕੇ ਉਹਨੂੰ ਸਮਝ ਆਉਂਦੀ ਕਿ ਮੈਂ ਕਿਸ ਰਸਤੇ ਵੱਲ ਜਾਣਾ। ਮਾਂ ਪਿਓ ਨੂੰ ਤਾਂ ਲੱਗਦਾ ਕਿ ਵੀ ਹੁਣ ਅਗਲੀ ਫੀਸ ਆਪੇ ਕੱਟ ਲਏਗਾ ਜੀ, ਫੀਸ ਵੀ ਨਹੀਂ ਕੱਟੇਗਾ ਪਿਓ। ਅਗਲੇ ਸਾਲ ਅਗਲੇ 3 ਮਹੀਨਿਆਂ ਬਾਅਦ ਸੁਨੇਹਾ ਆ ਜਾਂਦਾ 1 ਲੱਖ ਰੁਪਇਆ ਭੇਜ ਦੇ। ਉਹਨੂੰ ਤਾਂ ਵਿਚਾਰੇ ਨੂੰ ਹਾਰ ਕੇ ਕੀ ਕਰਦਾ, ਆਪਣੀ ਪੜ੍ਹਾਈ ਛੱਡ ਕੇ ਬਹਿ ਜਾਂਦਾ ਤੇ ਫਿਰ ਪੂਰੀ ਦੀ ਪੂਰੀ ਸ਼ਿਫਟ ਲਾਣਾ ਸ਼ੁਰੂ ਕਰ ਦਿੰਦਾ। ਇੱਕ ਪਿਕਚਰ ਹੈ, ਇੱਕ ਛੋਟਾ ਬੱਚਾ ਸਿੱਖ ਰੁਮਾਲ ਉਹਨੇ ਸਿਰ ਤੇ ਬੰਨਿਆ ਹੋਇਆ ਤੇ ਉਹ ਝਾੜੂ ਮਾਰ ਰਿਹਾ ਜੀ, ਤੇ ਇੱਕ ਪ੍ਰਵਾਸੀ ਹਾਂਜੀ ਚਾਹੇ ਉੱਤਰ ਪ੍ਰਦੇਸ਼ ਦਾ ਚਾਹੇ ਬਿਹਾਰ ਦਾ ਹੋਏਗਾ, ਉਹ ਮੰਜੇ ਤੇ ਬੈਠ ਕੇ ਵਧੀਆ ਮਤਲਬ ਕੰਮ ਕਰਾ ਰਿਹਾ ਉਹਦੇ ਤੋਂ। ਮਤਲਬ ਆਉਣ ਵਾਲੀ ਤਸਵੀਰ ਪੰਜਾਬ ਦੀ ਜਿਹੜੀ ਹੈ ਇਸ ਤਰ੍ਹਾਂ ਦੀ ਜਿਹੜੀ ਉਹ ਦਿਖਾਈ ਜਾ ਰਹੀ ਹੈ। ਇੱਥੇ ਸਾਨੂੰ ਇਸ ਗੱਲੋਂ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਕਿ ਜੇ ਲੋਕ ਆ ਰਹੇ ਨੇ ਉਹ ਆਪਣੀ ਕਿਰਤ ਲਈ ਆ ਰਹੇ ਨੇ, ਆਪਣੀ ਖੁਸ਼ਹਾਲ ਹੋਣ ਲਈ ਆ ਰਹੇ ਨੇ, ਤੇ ਸਾਨੂੰ ਸਾਡੀ ਜ਼ੁਬਾਨ ਨੂੰ ਜਾਂ ਸਾਡੇ ਸੱਭਿਆਚਾਰ ਨੂੰ ਜਾਂ ਸਾਡੇ ਲੋਕਾਂ ਨੂੰ ਉਹਦਾ ਕੋਈ ਖਤਰਾ ਨਹੀਂ ਹੈ ਮਹਿਸੂਸ। ਇੱਥੋਂ ਦੇ ਲੋਕ ਸੁਚੇਤ ਨਹੀਂ ਹੈ। ਇੱਥੇ ਜਿਹੜਾ ਸਾਡੀ ਮਜਬੂਰੀ ਹੈ ਕਿ ਜੋ ਸਾਨੂੰ ਰਾਜਨੀਤਿਕ ਜਾਂ ਸਮਾਜਿਕ ਵਿਵਸਥਾ ਸਾਨੂੰ ਦਿੱਤੀ ਗਈ ਹੈ, ਜੋ ਜਿਹੜੀਆਂ ਸਾਡੀਆਂ ਐਜੂਕੇਸ਼ਨ ਪਾਲਿਸੀਆਂ ਉਹ ਸਮੁੱਚੇ ਭਾਰਤ ਦੀਆਂ ਪਾਲਿਸੀਜ਼ ਨੇ, ਉਹਦੇ ਵਿੱਚ ਲੋਕਾਂ ਨੇ ਸੰਘਰਸ਼ ਹੀ ਨਹੀਂ ਕੀਤਾ ਆਪਣੇ ਵਿਰਸੇ ਨੂੰ, ਆਪਣੀ ਉਸ ਉਹਦੇ ਨੂੰ ਜਾਂ ਉਹ ਚੀਜ਼ਾਂ ਨੂੰ ਲਾਗੂ ਕਰਵਾਉਣ ਦੇ ਵਿੱਚ। ਅਸੀਂ ਦੇਖਿਆ ਕਿ ਉੱਥੇ ਉਹ ਲੋਕ ਆਪਣੇ ਪਰਿਵਾਰਾਂ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਸਿੱਖ ਭਾਈਚਾਰੇ ਦੇ ਨਾਲ, ਸਿੱਖੀ ਕੀਮਤ ਸਿਧਾਂਤਾਂ ਦੇ ਨਾਲ ਹੈ ਨਾ, ਸਿੱਖ ਸੱਭਿਆਚਾਰ ਨਾਲ, ਸਿੱਖ ਮੂਲ ਸਿਧਾਂਤਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਤੇ ਉਹਨਾਂ ਪਰਿਵਾਰਾਂ ਦੇ ਵਿੱਚ ਤੁਸੀਂ ਭਾਵੇਂ ਬਾਹਰ ਜਿਹੜੀ ਮਰਜ਼ੀ ਭਾਸ਼ਾ ਪੜ੍ਹ ਰਹੇ ਹੋਵੋ, ਬੋਲ ਰਹੇ ਹੋਵੋ, ਤੁਹਾਡਾ ਜਿਹੋ ਜਿਹਾ ਮਰਜ਼ੀ ਸਰਕਲ ਹੋਵੇ, ਸੋਸ਼ਲ ਸਰਕਲ ਹੋਵੇ, ਪਰ ਆਪਣੇ ਘਰ ਵਿੱਚ ਤੁਸੀਂ ਪੰਜਾਬੀ ਬੋਲੋਗੇ। ਜੇ ਬੰਗਾਲੀ ਸੁਚੇਤ ਹੋ ਸਕਦੇ ਨੇ ਤਾਂ ਪੰਜਾਬੀ ਕਿਉਂ ਨਹੀਂ ਸੁਚੇਤ ਹੋ ਸਕਦੇ? ਠੀਕ ਹੈ ਨਾ। ਜੇ ਦੱਖਣ ਭਾਰਤ ਸੁਚੇਤ ਹੋ ਸਕਦਾ ਤਾਂ ਪੰਜਾਬੀ ਕਿਉਂ ਨਹੀਂ ਸੁਚੇਤ ਹੋ ਰਿਹਾ? ਇਹ ਤਾਂ ਸਾਡੇ ਸਾਰਿਆਂ ਉੱਤੇ ਹੀ ਇਹ ਸਵਾਲ ਹੈ ਕਿ ਅਸੀਂ ਉਸ ਪ੍ਰਤੀ ਸੁਚੇਤ ਨਹੀਂ ਹਾਂ, ਜਦੋਂ ਕਿ ਬਾਹਰ ਵਸਦਾ ਪੰਜਾਬੀ ਭਾਈਚਾਰਾ ਜਾਂ ਸਿੱਖ ਭਾਈਚਾਰਾ ਇਸ ਗੱਲੋਂ ਬਹੁਤ ਜ਼ਿਆਦਾ ਸੁਚੇਤ ਹੈ। ਅਸੀਂ 84 ਦੀ ਗੱਲ ਕਰਦੇ ਹਾਂ ਜਾਂ ਦਿੱਲੀ ਕਤਲੇਆਮ ਦੀ ਗੱਲ ਹੁੰਦੀ ਹੈ, ਜਾਂ ਜੋ ਵੀ ਦੁਸ਼ਵਾਰਾਂ ਜਾਂ ਜੋ ਵੀ ਸੰਕਟਾਂ ਦਾ ਸਾਹਮਣਾ ਸਿੱਖ ਭਾਈਚਾਰੇ ਨੂੰ ਇੱਥੇ ਰਹਿ ਕੇ ਕਰਨਾ ਪਿਆ, ਉਸ ਨੂੰ ਮਾਨਸਿਕ ਤੌਰ 'ਤੇ ਪੁਨਰ ਜਾਗਰਤ ਕਰਨ ਦੇ ਵਿੱਚ ਜਿਹੜਾ ਅੱਜ ਕੱਲ੍ਹ ਦੇ ਮੀਡੀਆ ਨੇ, ਪਿਛਲੇ 10 ਸਾਲਾਂ ਦੇ ਮੀਡੀਆ ਨੇ ਜਿਹੜਾ ਰੋਲ ਕੀਤਾ, ਉਸ ਨਾਲ ਉੱਥੋਂ ਦੀ ਜਿਹੜੀ ਪੀੜ੍ਹੀ, ਜਿਹੜੀ ਚੌਥੀ ਪੀੜ੍ਹੀ ਮੈਂ ਕਹਿ ਰਹੀ ਹਾਂ ਕਿ ਉਹਨਾਂ ਪਰਿਵਾਰਾਂ ਦੀ ਪੀੜ੍ਹੀ ਹੈ, ਉਸ ਦੇ ਮਾਨਸਿਕ ਪਟਲ ਦੇ ਵਿੱਚ ਉਹ ਇਤਿਹਾਸ ਉਕਰਿਆ ਗਿਆ, ਜਦੋਂ ਕਿ ਇੱਧਰ ਦੇ ਲੋਕ, ਇੱਧਰ ਦੇ ਬੱਚੇ, ਇੱਧਰ ਦੇ ਵਿਦਿਆਰਥੀ, ਇੱਧਰ ਦੇ ਸਿੱਖ ਭਾਈਚਾਰਾ ਉਸ ਪ੍ਰਤੀ ਇੰਨਾ ਸੁਚੇਤ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਖ ਪ੍ਰਵਾਸ। ਸਿੱਖ ਪ੍ਰਵਾਸ ਇਹ ਪ੍ਰੋਗਰਾਮ ਅਸੀਂ ਪਿਛਲੇ ਕਈ ਪ੍ਰੋਗਰਾਮ ਅਸੀਂ ਕਰ ਚੁੱਕੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪ੍ਰਵਾਸ ਦੀਆਂ ਜਿਹੜੀਆਂ ਪ੍ਰਵਿਰਤੀਆਂ, ਸਿੱਖ ਪੰਜਾਬ ਦੇ ਵਿੱਚੋਂ ਜਿਹੜਾ ਪ੍ਰਵਾਸ ਹੋ ਰਿਹਾ ਪੰਜਾਬੀਆਂ ਦਾ, ਖਾਸ ਕਰਕੇ ਸਿੱਖਾਂ ਦਾ, ਉਹਦੇ ਸੰਬੰਧ ਵਿੱਚ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ। ਕੀ ਕਾਰਨ ਹੈ, ਕੀ ਇਹਦੇ ਅਸਰ ਪੰਜਾਬ 'ਤੇ ਹੋ ਰਹੇ ਨੇ। ਸੋ ਅਸੀਂ ਵੱਖ-ਵੱਖ ਵਿਦਵਾਨਾਂ ਕੋਲ ਜਾਂਦੇ ਹਾਂ, ਉਹਨਾਂ ਦੇ ਵਿਚਾਰ ਲੈਂਦੇ ਹਾਂ ਅਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਅੱਜ ਜਿਨ੍ਹਾਂ ਕੋਲ ਆਏ ਆ ਉਹ ਇੱਕ ਖਾਸ ਸ਼ਖਸੀਅਤ ਹੈ ਜਿਨ੍ਹਾਂ ਨੇ ਪ੍ਰਵਾਸ 'ਤੇ ਕੰਮ ਵੀ ਕੀਤਾ ਹੈ। ਉਹਨਾਂ ਦਾ ਵਿਸ਼ਾ ਵੀ ਰਿਹਾ ਹੈ, ਚਾਹੇ ਉਹਨਾਂ ਦਾ ਵਿਸ਼ਾ ਗੁਰਬਾਣੀ ਅਧਿਐਨ ਰਿਹਾ ਜ਼ਿਆਦਾਤਰ, ਪਰ ਪ੍ਰਵਾਸ 'ਤੇ ਉਹ ਕਈ PhDਆਂ ਕਰਾ ਚੁੱਕੇ ਨੇ। ਅਤੇ ਮੇਰੀ ਮੁਰਾਦ ਡਾਕਟਰ ਅੰਮ੍ਰਿਤਪਾਲ ਕੌਰ ਜੀ ਨਾਲ ਹੈ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੱਡੇ ਪੋਸਟਾਂ 'ਤੇ ਰਹਿ ਚੁੱਕੇ ਨੇ। ਐਜ਼ ਏ ਡੀਨ ਅਕੈਡਮਿਕ ਉਹ ਰਿਟਾਇਰ ਹੋਏ ਨੇ
ਤੇ ਇਸ ਦੇ ਨਾਲ ਪੰਜਾਬੀ ਅਧਿਐਨ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਰਹੇ ਨੇ, ਕਈ ਵਾਰ ਮੁਖੀ ਬਣੇ ਨੇ ਤੇ ਐਜ਼ ਅ ਪ੍ਰੋਫੈਸਰ ਉਹਨਾਂ ਨੇ ਲੰਮਾ ਸਮਾਂ ਜਿਹੜਾ ਯੂਨੀਵਰਸਿਟੀ ਦੀ ਸੇਵਾ ਕੀਤੀ ਹੈ। ਸੋ ਉਹਨਾਂ ਕੋਲ ਪ੍ਰਵਾਸ ਸੰਬੰਧੀ ਅਸੀਂ ਉਹਨਾਂ ਤੋਂ ਜਾਣਾਂਗੇ ਵੀ ਕੀ ਕਾਰਨ ਅਸਲ 'ਚ ਪੰਜਾਬ ਦੇ ਜਿਹੜਾ ਪ੍ਰਵਾਸ ਹੋ ਰਿਹਾ ਜਾਂ ਸਿੱਖਾਂ ਦਾ ਪ੍ਰਵਾਸ ਹੋ ਰਿਹਾ, ਇਹਦਾ ਕਿਹੜੇ ਖੇਤਰ ਤੇ ਜਿਹੜਾ ਹੈਗਾ ਅਸਰ ਪੰਜਾਬ ਤੇ ਪੈ ਰਿਹਾ, ਤੇ ਕਿਵੇਂ ਜਿਹੜੇ ਪੰਜਾਬ ਤੋਂ ਬਾਹਰ ਵਸੇ ਨਾ ਜਾ ਕੇ ਉਹਨਾਂ ਨੂੰ ਵਾਪਸ ਪਰਤਣਾ ਚਾਹੀਦਾ ਜਾਂ ਉੱਥੇ ਰਹਿ ਕੇ ਕਿਵੇਂ ਪੰਜਾਬ ਦੀ ਸੇਵਾ ਕਰਨੀ ਚਾਹੀਦੀ ਹੈ ਜਾਂ ਕਿਵੇਂ ਕਰ ਰਹੇ ਨੇ, ਕਿਉਂਕਿ ਉਹ ਖੁਦ ਵੀ ਹੁਣ ਪ੍ਰਵਾਸ ਕਰ ਚੁੱਕੇ ਹਨ। ਸੋ ਆਓ ਸਭ ਤੋਂ ਪਹਿਲਾਂ ਮੈਮ ਦਾ ਅਸੀਂ ਵੈਲਕਮ ਕਰਦੇ ਹਾਂ, ਉਹਨਾਂ ਨੂੰ ਫਤਿਹ ਦੀ ਸਾਂਝ ਕਰਦੇ ਹਾਂ, ਫਿਰ ਪ੍ਰਵਾਸ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਮ, ਜਦ ਹੁਣ ਕਿ ਤੁਸੀਂ ਵੀ ਪ੍ਰਵਾਸ ਕਰ ਚੁੱਕੇ ਹੋ, ਸੋ ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ ਵੀ ਪ੍ਰਵਾਸ ਹੈ ਕੀ ਹੈ ਤੇ ਇੱਕ ਆਮ ਬੰਦਾ ਪ੍ਰਵਾਸ ਕਿਉਂ ਕਰਦਾ ਹੈ? ਸਾਰੇ ਸਰੋਤਿਆਂ ਨਾਲ ਮੈਂ ਫਤਿਹ ਦੀ ਸਾਂਝ ਮੁੜ ਕੇ ਕਰਦਿਆਂ ਅੱਜ ਉਹਨਾਂ ਦੇ ਰੂਬਰੂ ਹੋ ਰਹੀ ਹਾਂ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਤੁਸੀਂ ਮੌਕਾ ਦਿੱਤਾ ਕਿ ਮੈਂ ਤੁਹਾਡੇ ਸਰੋਤਿਆਂ ਨਾਲ ਸਾਂਝ ਪਾ ਸਕਾਂ। ਜਦੋਂ ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ ਤਾਂ ਪ੍ਰਵਾਸ ਨੂੰ ਮੈਂ ਵੱਖੋ ਵੱਖਰੀਆਂ ਦ੍ਰਿਸ਼ਟੀਆਂ ਤੋਂ ਦੇਖਦੀ ਹਾਂ। ਮੇਰੇ ਨਜ਼ਰੀਏ ਤੋਂ ਪ੍ਰਵਾਸ ਮੂਲ ਰੂਪ ਵਿੱਚ ਮਨੁੱਖ ਦਾ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕ ਵਿੱਚ ਵਸ ਜਾਣ ਤੋਂ ਹੈ, ਸਥਾਈ ਤੌਰ 'ਤੇ ਵਸ ਜਾਣ ਤੋਂ ਹੈ। ਅਤੇ ਇਹ ਪ੍ਰਵਾਸ ਜਿਹੜਾ ਸਥਾਈ ਤੌਰ 'ਤੇ ਜਦੋਂ ਮਨੁੱਖ ਵਸਦਾ ਹੈ ਤਾਂ ਇਹ ਸਵੈ ਇੱਛਤ ਹੁੰਦਾ ਹੈ, ਯਾਨੀ ਕਿ ਮਨੋਂ ਦੀ ਉਸ ਦੀ ਆਪਣੀ ਮਨੋ ਇੱਛਾ ਹੁੰਦੀ ਹੈ। ਅਤੇ ਦੂਸਰੀ ਤਰ੍ਹਾਂ ਦਾ ਪ੍ਰਵਾਸ ਇਹ ਹੋਇਆ ਜਦੋਂ ਮਨੁੱਖ ਨੇ, ਜਦੋਂ ਵਿਅਕਤੀ ਨੇ, ਜਾਂ ਮੈਂ ਆਪਾਂ ਗੱਲ ਕਰੀਏ ਤਾਂ ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਵਿਸ਼ੇਸ਼ ਤੌਰ 'ਤੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਭਾਈਚਾਰੇ ਦਾ ਜਿਹੜਾ ਪ੍ਰਵਾਸ ਹੋਇਆ ਉਹ ਕਮਾਈ ਦੀ ਖਾਤਰ ਜਾਂ ਕਿਰਤ ਦੀ ਖਾਤਰ ਹੋਇਆ ਅਤੇ ਉਹਨਾਂ ਨੇ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕਾਂ ਵਿੱਚ ਜਾ ਕੇ ਵਧੇਰੇ ਖੁਸ਼ਹਾਲੀ ਦੀ ਆਸ ਦੇ ਨਾਲ ਪ੍ਰਵਾਸ ਧਾਰਨ ਕੀਤਾ। ਅਤੇ ਤੀਸਰੀ ਦ੍ਰਿਸ਼ਟੀ ਜਦੋਂ ਅਸੀਂ ਸਾਡੇ ਸਾਹਮਣੇ ਆਉਂਦੀ ਹੈ ਤਾਂ ਉਹ ਹੈਗਾ ਕਿ ਜਦੋਂ ਰੱਜੇ ਪੁੱਜੇ ਲੋਕਾਂ ਨੇ ਪੱਛਮੀ ਮੁਲਕਾਂ ਦੇ ਸੱਭਿਆਚਾਰ ਤੋਂ ਆਕਰਸ਼ਿਤ ਹੋਏ, ਉੱਥੋਂ ਦੇ ਲੋਕਾਂ ਨੂੰ ਦੇਖਿਆ, ਥੋੜ੍ਹਾ ਜਿਹਾ ਜਦੋਂ ਮਨੁੱਖ ਇੱਥੇ ਰੱਜ ਪੁੱਜ ਗਿਆ ਜਾਂ ਪੰਜਾਬੀ ਭਾਈਚਾਰਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਜਦੋਂ ਅਸੀਂ ਉਹਨੂੰ ਦੇਖਦੇ ਹਾਂ ਤਾਂ ਸਾਡੇ ਕੋਲ ਪੰਜਾਬੀ ਭਾਈਚਾਰੇ ਕੋਲ ਇੱਕ ਵੱਖਰੀ ਦ੍ਰਿਸ਼ਟੀ ਬਾਕੀ ਮੁਲਕ ਦੇ ਮੁਤਾਬਕ ਆਉਂਦੀ ਹੈ। ਤਾਂ ਉਸ ਨੇ ਸੈਰ ਸਪਾਟੇ ਦੀ ਚਾਹ ਨਾਲ, ਦੂਸਰੇ ਮੁਲਕਾਂ ਨੂੰ ਵੇਖਣ ਦੀ ਚਾਹ ਨਾਲ, ਉੱਥੋਂ ਦੇ ਸੱਭਿਆਚਾਰ ਨੂੰ ਵੇਖਣ ਦੀ ਚਾਹ ਨਾਲ ਉੱਥੇ ਜਾ ਕੇ ਪ੍ਰਵਾਸ ਧਾਰਨ ਕੀਤਾ। ਚੌਥੀ ਤਰ੍ਹਾਂ ਦਾ ਇਹ ਦ੍ਰਿਸ਼ਟੀ ਮੈਂ ਦੇਖਦੀ ਹਾਂ ਕਿ ਉਹ ਲੋਕ ਨੇ ਜਿਨ੍ਹਾਂ ਨੇ ਉੱਥੇ ਜਾ ਕੇ, ਉਹ ਲੋਕ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ ਅਤੇ ਫਿਰ ਉਹਨਾਂ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸਾਈਲਮ ਲਿਆ ਜਾਂ ਉੱਥੇ ਜਾ ਕੇ ਸ਼ਰਨਾਰਥੀ ਬਣ ਕੇ ਉਹਨਾਂ ਨੇ ਪੱਕੇ ਤੌਰ ਤੇ ਪ੍ਰਵਾਸ ਧਾਰਨ ਕੀਤਾ। ਅਤੇ ਪੰਜਵੀਂ ਦ੍ਰਿਸ਼ਟੀ ਜੇ ਮੈਂ ਦੇਖਾਂ ਤਾਂ ਉਸ ਤਰ੍ਹਾਂ ਦਾ ਪ੍ਰਵਾਸ ਹੈ ਜਿਹੜੇ ਲੋਕਾਂ ਨੇ ਇੱਥੋਂ ਗੈਰ ਤਰੀਕੇ ਜਾਂ ਗੈਰ ਕਾਨੂੰਨੀ ਢੰਗ ਨਾਲ ਪਹੁੰਚ ਕੀਤੀ ਪੱਛਮੀ ਮੁਲਕਾਂ ਦੇ ਵਿੱਚ ਅਤੇ ਫਿਰ ਉਹ ਕਦੇ ਵੀ ਇੱਥੇ ਵਾਪਸ ਨਹੀਂ ਆ ਸਕੇ ਅਤੇ ਉਹਨਾਂ ਨੂੰ ਸਥਾਈ ਤੌਰ 'ਤੇ ਹੀ ਉੱਥੇ ਰਹਿਣਾ ਪੈ ਗਿਆ। ਸੋ ਇਹ ਜਿਹੜੀਆਂ ਪ੍ਰਵਾਸ ਦੀਆਂ ਵੱਖੋ ਵੱਖਰੀਆਂ, ਇਹਨੂੰ ਆਪਾਂ ਪਰਿਸਥਿਤੀਆਂ ਵੀ ਕਹਿ ਸਕਦੇ ਹਾਂ, ਸਥਿਤੀਆਂ ਵੀ ਕਹਿ ਸਕਦੇ ਹਾਂ, ਜਾਂ ਪੰਜਾਬੀਆਂ ਦੀਆਂ ਉਹ ਮਜਬੂਰੀਆਂ ਵੀ ਕਹਿ ਸਕਦੇ ਨੇ, ਜਿਹੜੇ ਉਹਨਾਂ ਦੇ ਹਾਲਾਤ ਬਣਦੇ ਗਏ ਅਤੇ ਇਸ ਤਰ੍ਹਾਂ ਦਾ ਪ੍ਰਵਾਸ ਜਿਹੜਾ ਸਾਡੇ ਸਾਹਮਣੇ ਦੇਖਣ ਨੂੰ ਆਉਂਦਾ ਹੈ। ਇਹ ਮਜਬੂਰੀਆਂ ਮੈਮ ਜਿਹੜੀਆਂ ਸਾਡੀਆਂ ਬਣ ਜਾਂਦੀਆਂ, ਇਹਦੇ ਕੀ ਮਤਲਬ, ਸਵਾਲ ਮੇਰਾ ਇਹੀ ਸੀ ਅਗਲਾ ਸੀ ਵੀ ਪੰਜਾਬ ਦੇ ਤੇ ਕੀ ਅਸਰ ਪਏਗਾ, ਜਿੱਦਾਂ ਹੁਣ ਇੱਦਾਂ ਬੰਦੇ ਬਾਹਰ ਜਾ ਰਹੇ ਨੇ, ਉਹਦੇ ਨਾਲ ਪੰਜਾਬ ਨੂੰ ਕਿਹਨਾਂ ਖੇਤਰਾਂ 'ਤੇ ਇਹਦਾ ਜਿਹੜਾ ਹੈਗਾ ਅਸਰ ਪਏਗਾ, ਜਾਂ ਇਹਦੇ ਨਾਲ ਕੋਈ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ? ਨਹੀਂ, ਇਹ ਜਿਹੜਾ ਨਾ ਜਿਹੜੀ ਅਸੀਂ ਪ੍ਰਵਾਸ ਦੀ, ਜਦੋਂ ਅਸੀਂ ਬਿਰਤੀ ਦੀ ਗੱਲ ਕਹਿੰਦੇ ਹਾਂ ਨਾ ਕਿ ਪ੍ਰਵਾਸ ਕੋਈ ਅੱਜ ਦਾ ਨਹੀਂ ਹੈ, ਠੀਕ ਹੈ ਨਾ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਪੰਜਾਬੀ ਪ੍ਰਵਾਸ ਦੀ ਗੱਲ ਕਰਦੇ ਹਾਂ ਜਾਂ ਇੱਥੋਂ ਦੇ ਲੋਕਾਂ ਦੀ ਗੱਲ ਕਰਦੇ ਹਾਂ, ਜੇ ਇਹਦਾ ਇਤਿਹਾਸ ਦੇਖੀਏ ਤਾਂ ਲਗਭਗ 100 ਸਾਲ ਤੋਂ ਵੀ ਪੁਰਾਣਾ ਇਤਿਹਾਸ ਹੈ। ਸਾਡੇ ਕੋਲ 19ਵੀਂ ਸਦੀ ਦੇ ਆਰੰਭ ਦੇ ਵਿੱਚ ਜਿੱਥੋਂ ਗਦਰ ਲਹਿਰ ਦੀ ਮੂਵਮੈਂਟ ਹੁੰਦੀ ਹੈ ਜਾਂ ਜਿੱਥੇ ਵੱਖ-ਵੱਖ ਲੋਕਾਂ ਦਾ ਅੱਜ ਕਿਉਂਕਿ ਅਸੀਂ ਮੀਡੀਆ ਕਰਕੇ ਅਸੀਂ ਬਹੁਤ ਜ਼ਿਆਦਾ ਲੋਕਾਂ ਨਾਲ ਜੁੜ ਚੁੱਕੇ ਹਾਂ, ਇੰਟਰਨੈਟ ਵੈਬਸਾਈਟ ਨੇ ਸਾਨੂੰ ਬਹੁਤ ਨੇੜੇ ਕਰ ਦਿੱਤਾ ਹੈ ਤਾਂ ਸ਼ਾਇਦ ਅਸੀਂ ਜਾਗਰਤ ਹੋ ਗਏ ਹਾਂ। ਪਰ ਇਹ ਜਿਹੜੀ ਪ੍ਰਕਿਰਿਆ ਹੈ ਇਹ ਤਾਂ ਲਗਭਗ 100 ਸਾਲ ਤੋਂ ਵੀ ਪੁਰਾਣੀ ਪ੍ਰਕਿਰਿਆ ਚੱਲੀ ਆ ਰਹੀ ਹੈ। ਜਿਵੇਂ ਪਹਿਲਾਂ ਕਿਹਾ ਕਿ ਇਹ ਸਵੈ ਇੱਛਤ ਹੈ, ਠੀਕ ਹੈ। ਸੋ ਇੱਥੋਂ ਦੇ ਬੇਸ਼ੱਕ ਮਨੁੱਖ ਦੀ ਇਹ ਰੁਝਾਨ ਹੈ ਕਿ ਮਨੁੱਖ ਆਪਣੇ ਆਲੇ ਦੁਆਲੇ ਨੂੰ ਛੱਡ ਕੇ ਹਮੇਸ਼ਾ ਕੁਝ ਵਧੇਰੇ ਚੰਗਾ ਪਾਉਣ ਦੀ, ਕਿਉਂਕਿ ਇਹ ਬਿਰਤੀ ਹੈ ਕਿ ਅਸੀਂ ਜੋ ਸਾਡੇ ਕੋਲ ਹੁੰਦਾ ਅਸੀਂ ਉਸ ਤੋਂ ਹੋਰ ਅੱਗੇ ਜਾਣਾ ਚਾਹੁੰਦੇ ਹਾਂ। ਇਹ ਸੁਚੇਤ ਮਨ ਦੀ ਜਾਂ ਸੁਚੇਤ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਵਧੇਰੇ ਖੁਸ਼ਹਾਲੀ ਦੀ ਆਸ ਵਿੱਚ ਆਪਣੇ ਪਰਿਵਾਰ ਦੇ, ਆਪਣੇ ਆਲੇ ਦੁਆਲੇ ਦੇ, ਆਪਣੇ ਸਮਾਜ ਲਈ
ਉਹ ਹੋਰ ਅੱਗੇ ਤਰੱਕੀ ਲਈ ਹੋਰ ਬਾਹਰ ਨਿਕਲਣਾ ਚਾਹੁੰਦਾ। ਅਸੀਂ ਇੱਥੋਂ ਨਿਕਲ ਕੇ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਨਿਕਲ ਕੇ ਜਦੋਂ ਅਸੀਂ ਦਿੱਲੀ ਜਾਂਦੇ ਹਾਂ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਜਾਂਦੇ ਹਾਂ ਜਾਂ ਮੈਟਰੋਪੋਲੀਟਨ ਸਿਟੀਜ਼ ਜਾਂਦੇ ਹਾਂ, ਤਾਂ ਉੱਥੇ ਹੀ ਪਰਪਸ ਇਹੀ ਹੁੰਦਾ ਕਿ ਅਸੀਂ ਕਿਰਤ ਵਜੋਂ ਖੁਸ਼ਹਾਲ ਹੋਈਏ ਜਾਂ ਜਾਂ ਵਧੇਰੇ ਕਮਾਈ ਕਰੀਏ ਜਾਂ ਉਹਦੇ ਨਾਲ ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਵਿੱਚ ਆਪਣਾ ਵਧੇਰੇ ਉਹ ਕਰੀਏ। ਕਿਉਂਕਿ ਜਿਹੜਾ ਅਸੀਂ ਜਦੋਂ ਆਪਣਾ ਪਰਿਵਾਰਕ ਇਕਾਈ ਜਾਂ ਆਪਣੀ ਸਮਾਜਿਕ ਸ਼੍ਰੇਣੀ ਦੇਖਦੇ ਹਾਂ, ਤਾਂ ਉੱਥੇ ਜਿਹੜੀ ਵਰਗ ਵੰਡ ਸੀ, ਉਹ ਜਿੱਥੇ ਜਾਤ ਵੰਡ ਸੀਗੀ, ਵਰਗ ਵੰਡ ਸੀਗੀ, ਕਿੱਤਾ ਵੰਡ ਸੀਗੀ, ਉਸ ਦੇ ਨਾਲ ਨਾਲ ਅਮੀਰ ਗਰੀਬ ਦਾ ਵੀ ਇੱਕ ਬਹੁਤ ਵੱਡਾ ਪਾੜਾ ਸੀ। ਤੇ ਉਹ ਪਾੜਾ ਘਟਿਆ ਨਹੀਂ, ਉਹ ਦਿਨ ਬ ਦਿਨ ਉਹ ਪਾੜਾ ਵੱਧਦਾ ਗਿਆ। ਸੋ ਮੈਨੂੰ ਲੱਗਦਾ ਕਿ ਇੱਕ ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਜਿਹੜਾ ਅੱਜ ਇਸਨੇ ਪ੍ਰਵਾਸ ਦੇ ਪ੍ਰਤੀ ਮਨੁੱਖ ਦੀ ਜਿਹੜੀ ਬਿਰਤੀ ਹੈ ਉਹ ਸ਼ੁਰੂ ਤੋਂ ਹੀ ਰੱਖੀ ਹੈ। ਜੀ ਮੈਮ, ਦੇਖੋ ਇੱਕ ਤਾਂ ਤੁਸੀਂ ਕਿਹਾ ਵੀ ਖੁਸ਼ਹਾਲੀ ਵਾਸਤੇ ਬੰਦੇ ਬਾਹਰ ਜਾ ਰਹੇ ਹਨ ਜੀ। ਇੱਕ ਦੇਖ ਰਹੇ ਹਾਂ ਵੀ ਚਲੋ ਖੁਸ਼ਹਾਲ ਹੋਣ ਦਾ ਠੀਕ ਹੈ, ਇੱਕ ਦਾ ਪਰਿਵਾਰ, ਇੱਕ ਗਰੀਬ ਪਰਿਵਾਰ ਜਿਹੜਾ ਹੈਗਾ ਨਾ, ਉਹ ਸੋਚਦਾ ਵੀ ਯਾਰ +2 ਬੱਚੇ ਨੂੰ ਕਰਵਾਈਏ। ਬੱਚਿਆਂ ਦਾ ਮੈਂ ਅੱਜ ਕੱਲ੍ਹ ਕੀ ਹੈਗੇ ਦੋ ਤਰ੍ਹਾਂ ਦੇਖਦਾ, ਉਹ ਵੀ ਦੇਖ ਰਹੇ ਵੀ ਅਸੀਂ ਯਾਰ ਜ਼ਮੀਨ ਵੇਚੀਏ ਜਾਂ ਕੁਛ, ਬੱਚਾ ਇੱਕ ਵਾਰੀ ਬਾਹਰ ਕੱਢੀਏ, ਉੱਥੇ ਜਾਏਗਾ, ਨਾਲ ਕਮਾਈ ਵੀ ਕਰੇਗਾ, ਨਾਲ ਘਰ ਨੂੰ ਵੀ ਪੈਸੇ ਭੇਜ ਦੇਗਾ। ਅਤੇ ਦੂਸਰੇ ਇਹ ਵੀ ਬਹੁਤ ਚੰਗੇ ਪਰਿਵਾਰ ਹੈ, ਉਹ ਇਹ ਵੀ ਸੋਚਦੇ ਨੇ ਇੱਥੇ ਚੰਗੀਆਂ ਜੋਬਸ ਵੀ ਕਰ ਰਹੇ ਆ, ਉਹ ਆਪਣੇ ਬੱਚਿਆਂ ਨੂੰ ਭੇਜ ਰਹੇ ਆ। ਅਤੇ ਉਹਨਾਂ ਦਾ ਵੀ ਕਹਿਣਾ ਇਹ ਹੈ ਵੀ ਇੱਥੇ ਇਹਨਾਂ ਵਾਸਤੇ ਪੋਸਟ ਉਹ ਨਹੀਂ ਹੈਗਾ ਵੀ ਸਾਡੇ ਬੱਚਿਆਂ ਨੂੰ ਹੁਣ ਵੱਡੀਆਂ ਡਿਗਰੀਆਂ ਕਰ ਲਈਆਂ, ਕਰਵਾ ਵੀ ਦਿੰਦੇ ਆ, ਪੈਸਾ ਹੈਗਾ ਕਰਵਾ ਦਿੰਦੇ ਨੇ, ਪਰ ਉਹ ਜਿਹੜਾ MBBS ਵੀ ਕਰ ਲਈ, ਉਹ ਵੀ ਕਰ ਲਈ, ਪਰ ਉਹਨਾਂ ਵਾਸਤੇ ਜਿਹੜੀ ਨੌਕਰੀ ਹੈ ਉਹ ਸਾਰੀ 10,000 ਤੋਂ ਲੈ ਕੇ 15,000 ਦੇ ਵਿੱਚ ਹੈ। ਤਾਂ ਜਿਹਨੇ ਇੰਨਾ ਖਰਚਾ ਕੀਤਾ ਹੁੰਦਾ ਜੀ, ਇਹ ਵੀ ਇੱਕ ਰੁਝਾਨ ਜਿਹੜਾ ਹੈਗਾ ਵੀ ਇਸ ਰੁਝਾਨ ਨੂੰ ਕਿਵੇਂ ਦੇਖਦੇ ਵੀ ਇਹ ਦੇਖੋ ਖੁਸ਼ਹਾਲੀ ਦਾ ਇੱਕ ਵੱਖਰੀ ਉਹ ਹੈਗੀ ਵੀ ਖੁਸ਼ਹਾਲ ਹੋਣ ਵਾਸਤੇ ਜਾਂਦੇ ਆ। ਇੱਕ ਰੁਝਾਨ ਇਹ ਬਣਦਾ ਜਾ ਰਿਹਾ ਵੀ ਉਹ ਇਹਦੇ ਵਿੱਚ ਹਰ ਮਤਲਬ ਕਹਿ ਲਓ ਹਰ ਰੋਜ਼ ਹੀ ਕਹਿ ਲਓ ਤੁਸੀਂ, ਜਹਾਜ਼ ਭਰ ਕੇ ਜਿਹੜੇ ਪੰਜਾਬ ਤੋਂ ਜਿਹੜੇ ਸਾਡੇ ਬੱਚੇ ਜਾ ਰਹੇ ਨੇ ਜੀ, ਅਤੇ ਇਹਦੇ ਨਾਲ ਕੀ ਅਸਰ ਪੰਜਾਬ 'ਤੇ ਪਏਗਾ ਜੀ? ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਲਗਭਗ ਪਿਛਲੇ, ਜੇ ਮੈਂ ਸੋਚਦੀ ਹਾਂ ਤਾਂ ਇਹ 2 ਦਹਾਕਿਆਂ ਦੀ ਗੱਲ ਹੈ ਜੀ। ਥੋੜ੍ਹੀ ਜਿਹੀ ਵੱਧ ਵੀ ਹੋ ਸਕਦੀ ਹੈ ਕਿ ਜਿਹੜੀ ਇਹ ਵਿਦਿਆਰਥੀਆਂ ਦੇ ਵਿੱਚ ਜਿਹੜਾ ਜਾਣ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਵਧੇਰੇ ਮਕਬੂਲ ਹੋਇਆ ਸਾਰੇ ਪਾਸੇ। ਉਹਦੇ ਪਿੱਛੇ ਕਾਰਨ ਨਿਰਸੰਦੇਹ ਸਾਡੀਆਂ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਪ੍ਰਸਥਿਤੀਆਂ ਨੇ। ਕਿਉਂਕਿ ਇੱਥੇ ਜਦੋਂ ਅਸੀਂ ਬੱਚਿਆਂ ਨੂੰ ਰੁਜ਼ਗਾਰ ਨਹੀਂ ਦੇ ਸਕਦੇ, ਜਦੋਂ ਇੱਥੇ ਬੱਚਿਆਂ ਨੂੰ ਅਸੀਂ ਸੁਰੱਖਿਆ ਨਹੀਂ ਦੇ ਸਕਦੇ, ਜਦੋਂ ਅਸੀਂ ਇੱਥੇ ਭਵਿੱਖ ਨੂੰ ਇਹ ਦੇ ਨਹੀਂ ਸਕਦੇ ਕਿ ਤੁਹਾਡਾ ਭਵਿੱਖ ਚਿੰਤਾ ਮੁਕਤ ਹੈ, ਇੱਕ ਸੁਰੱਖਿਆ ਭਰਿਆ ਵਾਤਾਵਰਨ ਨਹੀਂ ਦੇ ਸਕਦੇ, ਉਸ ਰੁਝਾਨ ਨੇ ਉਹਨਾਂ ਨੂੰ ਬਾਹਰ ਜਾਣ ਲਈ ਤਿਆਰ ਕੀਤਾ ਮਾਨਸਿਕ ਤੌਰ 'ਤੇ। ਦੂਸਰੀ ਇਹ ਵੀ ਦ੍ਰਿਸ਼ਟੀ ਹੈ ਕਿ ਜਦੋਂ ਅਸੀਂ ਮੀਡੀਆ ਦੇ ਨਾਲ, TV ਦੇ ਨਾਲ ਜਾਂ ਵਿਸ਼ਵੀਕਰਨ ਨੇ ਇੱਕ ਗਲੋਬਲਾਈਜੇਸ਼ਨ ਕਰ ਦਿੱਤੀ ਅਤੇ ਸਾਰੀ ਵਿਸ਼ਵ ਭਰ ਨੂੰ ਇੱਕ ਸਟੇਜ 'ਤੇ ਲਿਆ ਕੇ, ਇੱਕ ਪਲੇਟਫਾਰਮ 'ਤੇ ਲਿਆ ਕੇ ਇਕੱਠਾ ਕਰ ਦਿੱਤਾ। ਉਸ ਪਲੇਟਫਾਰਮ ਨੇ ਇੱਕ ਨਵੀਂ ਸੋਚ, ਇੱਕ ਨਵੀਂ ਬਿਰਤੀ ਦਿੱਤੀ। ਜਦੋਂ ਅਸੀਂ ਆਪਣਾ ਜਿਹੜਾ ਕੰਪੈਰੀਜ਼ਨ ਹੈ ਜਾਂ ਆਪਣਾ ਦੂਸਰਿਆਂ ਦੇ ਨਾਲ ਦੇਖਦੇ ਹਾਂ ਕਿ ਦੂਸਰਿਆਂ ਨੂੰ ਵਧੇਰੇ ਖੁਸ਼ਹਾਲ, ਵਧੇਰੇ ਸਮਰੱਥ ਜਾਂ ਵਧੇਰੇ ਉਹਨਾਂ ਦੇ ਕੋਲ ਜਿਹੜੀਆਂ ਸੰਭਾਵਨਾਵਾਂ ਸਾਨੂੰ ਨਜ਼ਰ ਆਉਂਦੀਆਂ ਨੇ, ਉਸ ਨੇ ਵੀ ਵਿਦਿਆਰਥੀਆਂ ਦੀ, ਕਿਉਂਕਿ ਵਿਦਿਆਰਥੀ ਚੇਤਨ ਹੈ, ਵਿਦਿਆਰਥੀ ਜਿਹੜਾ ਹੈਗਾ ਆਪਣੇ ਭਵਿੱਖ ਦੇ ਪ੍ਰਤੀ ਸੁਚੇਤ ਹੈ। ਹੁਣ ਜਦੋਂ ਇਸਦੇ ਵਿੱਚ ਕੋਈ ਮਤਲਬ ਦੋ ਰਾਏ ਨਹੀਂ ਹੈ ਕਿ ਸਾਡੇ ਪੜ੍ਹਾਏ ਹੋਏ ਵਿਦਿਆਰਥੀ ਜਿਹੜੇ 20-20 ਸਾਲਾਂ ਤੋਂ 15,000 ਫਿਕਸ 'ਤੇ ਨੌਕਰੀਆਂ ਕਰ ਰਹੇ ਨੇ ਜਾਂ 21,000 ਫਿਕਸ 'ਤੇ ਨੌਕਰੀ ਕਰ ਰਹੇ ਹਨ, ਅਤੇ ਜੇ ਅਸੀਂ ਪੈਸੇ ਦੀ ਉਸ ਨੂੰ ਦੇਖੀਏ ਕਿ ਜੇ ਅਸੀਂ ਅੱਜ ਉਸ 20 ਸਾਲ ਪਹਿਲਾਂ ਜਿਹੜਾ ਵਿਦਿਆਰਥੀ ਇੰਨੀ ਪੜ੍ਹਾਈ ਕਰਕੇ PhD ਕੋਈ ਸਧਾਰਨ ਪੜ੍ਹਾਈ ਨਹੀਂ ਹੈ, ਮੈਨੂੰ ਲੱਗਦਾ ਕਿ ਇੱਥੋਂ ਦੀ ਜੇ ਅਸੀਂ ਦੇਖੀਏ ਤਾਂ ਕਈ ਸਾਲ ਵਿਦਿਆਰਥੀ ਜਿਹੜਾ ਆਪਣੇ 30-32 ਸਾਲ ਜ਼ਿੰਦਗੀ ਦਾ, ਜੇ ਅਸੀਂ ਕਹਿ ਰਹੇ ਹਾਂ ਕਿ 1/3 ਹਿੱਸਾ ਉਹ ਆਪਣੀ ਪੜ੍ਹਾਈ 'ਤੇ ਲਗਾ ਚੁੱਕਾ ਹੈ, ਅਤੇ ਜਦੋਂ ਪੜ੍ਹ ਕੇ ਉਹ ਬਾਹਰ ਨਿਕਲਦਾ ਹੈ ਉਹਦੇ ਲਈ ਕੋਈ ਨੌਕਰੀ ਨਹੀਂ ਹੈ। ਉਹ ਭਾਵੇਂ ਡਾਕਟਰ ਹੈ, ਭਾਵੇਂ ਇੰਜੀਨੀਅਰ ਹੈ। ਮੈਂ ਈਵਨ ਸਾਡੇ ਸਾਹਮਣੇ ਨਾਲ ਦੇ ਘਰ ਦੇ ਵਿੱਚ ਹੀ ਸਾਡੇ ਨੇਬਰ ਨੇ, ਉਹਨਾਂ ਦੀਆਂ ਦੋਨੋਂ ਬੇਟੀਆਂ ਡਾਕਟਰ ਨੇ, ਅਤੇ ਮੈਂ ਉਹਨਾਂ ਨੂੰ 15,000 ਫਿਕਸ 'ਤੇ 5 ਸਾਲ ਪਿੰਡਾਂ ਦੇ ਵਿੱਚ ਧੱਕੇ ਖਾਂਦਿਆਂ ਦੇਖਿਆ। ਅਤੇ ਮਤਲਬ ਹੁਣ ਉਹ ਵਿਦਿਆਰਥੀ ਜਿਹੜਾ ਇੰਨੀ ਪੜ੍ਹਾਈ, MBBS ਦੀ ਪੜ੍ਹਾਈ, ਚਾਹੇ ਉਹ PhD ਦੀ ਪੜ੍ਹਾਈ ਹੈ, ਚਾਹੇ ਉਹ ਇੰਜੀਨੀਅਰ ਦੀ ਪੜ੍ਹਾਈ ਹੈ, ਚਾਹੇ ਉਹ ਕਿਸੇ ਕਹਿੰਦੇ ਨੇ ਚਾਹੇ ਬਿਜਲੀ ਦੇ ਮਹਿਕਮੇ 'ਚ ਕਰਨੀ ਹੋਵੇ ਜਾਂ ਸਿੰਜਾਈ ਦੇ ਮਹਿਕਮੇ 'ਚ ਕਰਨੀ ਹੋਵੇ, ਅਤੇ ਉਹ ਜਿਹੜੀਆਂ ਉਹ ਤਾਂ ਨਿਕਲੀਆਂ ਹੀ ਨਹੀਂ ਨਾ। ਉਹ ਨੌਕਰੀਆਂ ਦੇ ਲਈ ਤਾਂ ਆਪਣੇ ਕੋਲ ਸੰਘਰਸ਼ ਦੀ ਗਾਥਾ ਬਹੁਤ ਹੈ ਨਾ, ਸਾਰੇ ਅਖਬਾਰ, ਸਾਰੇ TV ਇਹਦੇ ਲਈ ਭਰੇ ਪਏ ਨੇ, ਅਸੀਂ ਜਿੱਥੋਂ ਮਰਜ਼ੀ ਇਹ ਦੇਖ ਸਕਦੇ ਹਾਂ। ਪਰ ਅਸਲੀ ਇਹ ਜਿਹੜਾ ਰੁਝਾਨ ਹੈ ਇਹ ਉਹਦੇ ਵਿੱਚੋਂ ਹੀ ਪੈਦਾ ਹੋਇਆ, ਜਦੋਂ ਇੱਥੇ ਸਾਨੂੰ ਸੁਰੱਖਿਆ ਨਹੀਂ ਮਿਲਦੀ, ਜਦੋਂ ਸਾਨੂੰ ਇੱਥੇ ਭਵਿੱਖ ਨਹੀਂ ਮਿਲਦਾ। ਇਸੇ ਕਰਕੇ ਚਾਹੇ ਪਿੰਡ 'ਚ ਜ਼ਮੀਨ ਰੱਖ ਕੇ ਜਾਣਾ ਪਵੇ,
ਚਾਹੇ ਜਿਹੜੇ ਇੱਥੇ ਦੇ ਸਮਰੱਥ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਇਹ ਦੇਖਿਆ ਕਿ ਸਾਡੇ ਬੱਚਿਆਂ ਦਾ ਕੱਲ ਨੂੰ ਪੜ੍ਹ ਵੀ ਜਾਵਾਂਗੇ, ਅਸੀਂ ਪੜ੍ਹਾ ਵੀ ਦਿਆਂਗੇ, ਡਿਗਰੀਆਂ ਵੀ ਲੈ ਦਾਂਗੇ, ਪਰ ਫਿਰ ਕੀ ਕਰਨਗੇ? ਕੀ ਉਹ 15,000 ਮਹੀਨੇ ਤੇ ਜਾਂ 20,000 ਮਹੀਨੇ ਤੇ ਰਹਿਣਗੇ? ਸਿਰਫ ਤੇ ਸਿਰਫ ਜੇ ਮੈਂ ਕਹਾਂ ਜਿਹੜਾ ਬਿਲਕੁਲ ਐਕਸਲ ਹੈ ਜਾਂ ਕਹਿ ਲਓ ਕਿ ਆਪਣੇ ਉਸ ਉਹਦੇ ਵਿੱਚ ਪਹਿਲੀਆਂ 5 ਪੋਜੀਸ਼ਨਾਂ ਵਿੱਚ ਆਉਣ ਵਾਲੇ ਜਾਂ ਪਹਿਲੀਆਂ 2 ਪੋਜੀਸ਼ਨਾਂ ਵਿੱਚ ਆਉਣ ਵਾਲੇ ਬੱਚੇ ਹੀ ਸ਼ਾਇਦ ਲੱਗਦੇ ਹੋਣਗੇ, ਉਹ ਵੀ ਸ਼ਾਇਦ ਪੰਜਾਬ 'ਚ ਨਹੀਂ ਜਾਂ ਪੰਜਾਬ 'ਚ ਬਾਹਰੋਂ ਜਾ ਕੇ ਕਿਧਰੇ ਸੈਟਲ ਹੁੰਦੇ ਹੋਣਗੇ। ਸੋ ਇਸ ਜਿਹੜੀ ਅਸੁਰੱਖਿਆ ਦੀ ਭਾਵਨਾ ਨੇ ਜਿਹੜਾ ਹੈਗਾ ਮਾਨਸਿਕ ਤੌਰ ਤੇ ਜਿਹੜਾ ਹੈਗਾ ਇੱਥੋਂ ਦੇ ਲੋਕਾਂ ਨੂੰ ਤਿਆਰ ਕੀਤਾ, ਇੱਥੋਂ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ। ਇਹੀ ਕਾਰਨ ਹੈ ਕਿ ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉੱਥੇ ਜਾ ਕੇ ਇੱਥੋਂ ਨਾਲੋਂ ਵੱਧ ਔਕੜਾਂ ਨੇ, ਵੱਧ ਮੁਸ਼ਕਿਲਾਂ ਨੇ, ਤੇ ਉੱਥੇ ਕੋਈ ਜ਼ਿੰਦਗੀ ਇਹ ਨਹੀਂ ਕਿ ਜਿਹੜੇ ਪੌਂਡ ਤੇ ਡਾਲਰ ਦਰਖਤਾਂ ਨੂੰ ਲਟਕਦੇ ਪਏ ਨੇ ਤੇ ਜਾ ਕੇ ਉੱਥੋਂ ਤੋੜ ਲੈਣੇ ਨੇ, ਇਹ ਵੀ ਨਹੀਂ ਹੈ। ਪਰ ਉਸ ਮੁਸ਼ਕਿਲ ਭਰੀ ਜ਼ਿੰਦਗੀ ਦੇ ਲਈ ਵੀ ਉਹ ਲੜਨ ਨੂੰ ਤਿਆਰ ਨੇ, ਇਹ ਸੋਚ ਕੇ ਕਿ ਸ਼ਾਇਦ 5 ਸਾਲ 7 ਸਾਲ ਜਾਂ 10 ਸਾਲ ਮਿਹਨਤ ਕਰਕੇ ਸਾਡਾ ਜੀਵਨ ਜਿਹੜਾ ਖੁਸ਼ਹਾਲ ਹੋ ਜਾਏਗਾ। ਬਿਲਕੁਲ। ਮੈਂ ਥੋੜਾ ਜਿਹਾ ਐਡ ਕਰਦਾ, ਤੁਸੀਂ ਜਿਹੜੀਆਂ 2 ਡਾਕਟਰਸ ਦੀ ਗੱਲ ਕਰੀ ਹੈ, ਮੈਂ ਆਪਣੇ ਪਿੰਡ ਦੇ ਵਿੱਚ ਇਕੱਲਾ PhD ਹੈ ਜੀ। ਤੇ ਮੇਰੇ ਫਾਦਰ ਸਾਹਿਬ ਨੇ ਇੱਕ ਵਾਰ ਮੈਨੂੰ ਪੁੱਛਿਆ, ਕਹਿੰਦੇ ਵੀ ਤੇਰੀ ਤਨਖਾਹ ਕਿੰਨੀ ਹੈ? ਤਾਂ ਮੈਂ ਉਹਨਾਂ ਨੂੰ ਜਦੋਂ ਮੈਂ ਉਦੋਂ ਚਲੋ ਕਰਦਾ ਸੀ, ਮੈਂ ਕਿਹਾ ਮੇਰੀ ਤਨਖਾਹ ਵੀ ਇੰਨੀ ਕੁ ਹੈਗੀ ਹੈ, 9,000 ਤਨਖਾਹ ਸੀ, ਮੈਂ SGPC 'ਚ ਲੱਗਿਆ ਹੋਇਆ ਸੀ ਜੀ। ਤੇ ਉਹ ਕਹਿੰਦੇ ਵੀ ਤੇਰਾ ਬ੍ਰਦਰ ਛੋਟਾ ਕਿੰਨਾ ਪੜ੍ਹਿਆ? ਮੈਂ ਕਿਹਾ ਜੀ ਉਹ +2 ਕੀਤੀ ਹੈ। ਤੇ ਕਹਿੰਦੇ ਉਹ 15,000 ਕਮਾ ਲੈਂਦਾ ਹੈ। ਤਾਂ ਮੇਰੇ ਕੋਲ ਮਤਲਬ ਜਵਾਬ ਨਹੀਂ ਸੀ ਇਸ ਗੱਲ ਦਾ। ਤੇ ਉਹ ਕਹਿੰਦੇ ਵੀ ਐਡੀ ਨੌਕਰੀ ਕਰਨੀ ਸੀ, ਕੋਈ ਅਫਸਰ ਬਣਦਾ। ਮੈਨੂੰ ਮਤਲਬ ਉਹ ਪਿੰਡਾਂ ਵਾਲਿਆਂ 'ਚ ਉਹਨਾਂ ਦਾ ਬਿਲਕੁਲ ਮਤਲਬ ਇਹ ਗੱਲਾਂ ਜਿਹੜੀਆਂ ਉਹਨਾਂ ਦੇ ਘਰ, ਹੁਣ ਮੈਨੂੰ ਜਦੋਂ ਅਗਲਾ ਕਹਿੰਦਾ ਫਲਾਣੇ ਦਾ ਮੁੰਡਾ ਫਲਾਣਾ ਉਹ ਤੇ PhD ਕੀਤੀ ਹੈ ਉਹਨੇ, ਵੀ ਉਹਨਾਂ ਕੀ ਕਰ ਲਿਆ ਤੇ ਹੁਣ ਕੀ ਗਾਹਾਂ ਪੜ੍ਹਨਾ ਹੈਗਾ। ਚਲੋ ਗਾਹਾਂ ਮੈਂ ਇਸ ਵਿਸ਼ੇ ਤੇ ਆਵਾਂ ਵੀ ਇਹ ਗੱਲਾਂ ਹੈਗੀਆਂ ਜੀ, ਬਿਲਕੁਲ ਚੱਲਦੀਆਂ ਹਨ। ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ, ਇੱਕ ਤਾਂ ਚਲੋ ਪੰਜਾਬੀ ਬਾਹਰ ਜਾ ਰਹੇ ਆ, ਇੱਕ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ। ਇੱਕ ਵਾਇਰਲ ਹੋ ਰਹੀ ਵੀਡੀਓ, ਇੱਕ ਪਿਕਚਰ ਹੈ, ਇੱਕ ਛੋਟਾ ਬੱਚਾ ਸਿੱਖ ਰੁਮਾਲ ਉਹਨੇ ਸਿਰ ਤੇ ਬੰਨਿਆ ਹੋਇਆ ਤੇ ਉਹ ਝਾੜੂ ਮਾਰ ਰਿਹਾ ਜੀ। ਤੇ ਇੱਕ ਪ੍ਰਵਾਸੀ ਹਾਂਜੀ, ਚਾਹੇ ਉੱਤਰ ਪ੍ਰਦੇਸ਼ ਦਾ ਚਾਹੇ ਬਿਹਾਰ ਦਾ ਹੋਏਗਾ, ਉਹ ਮੰਜੇ ਤੇ ਬੈਠ ਕੇ ਵਧੀਆ ਮਤਲਬ ਕੰਮ ਕਰਾ ਰਿਹਾ ਉਹਦੇ ਤੋਂ। ਮਤਲਬ ਆਉਣ ਵਾਲੀ ਤਸਵੀਰ ਪੰਜਾਬ ਦੀ ਜਿਹੜੀ ਹੈ ਇਸ ਤਰ੍ਹਾਂ ਦੀ ਜਿਹੜੀ ਉਹ ਦਿਖਾਈ ਜਾ ਰਹੀ ਹੈ, ਜਾਂ ਮਤਲਬ ਦਿਖਦੀ ਪਈ ਹੈ, ਜਾਂ ਬਣੀ ਹੈ, ਜਾਂ ਉਹ ਆਈ ਹੈ। ਮਤਲਬ ਜਿਹੜਾ ਪ੍ਰਵਾਸ ਉਹ ਇੱਥੇ ਹੋ ਰਿਹਾ, ਉਹਦੇ ਨਾਲ ਕਿਹੜੇ ਖੇਤਰਾਂ ਦੇ ਵਿੱਚ ਜਾਂ ਸਾਡਾ ਵੀ ਪ੍ਰਭਾਵ ਪਾ ਰਿਹਾ ਹੈ, ਜਾਂ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਵੀ ਉਹ ਪ੍ਰਵਾਸ ਕਿੱਥੇ ਕੁ ਤੱਕ ਜਾਇਜ਼ ਹੈ, ਕਿੱਥੇ ਕੁ ਤੱਕ ਉਹਦੇ ਨੁਕਸਾਨ ਹੈ ਜਾਂ ਨਹੀਂ ਹੈ? ਨਹੀਂ, ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਪੰਜਾਬ ਨੂੰ ਅਸੀਂ ਬਾਕੀ ਪ੍ਰਾਂਤਾਂ ਨਾਲੋਂ ਖੁਸ਼ਹਾਲ ਪ੍ਰਾਂਤ ਮੰਨਦੇ ਹਾਂ, ਤੇ ਪੰਜਾਬ ਦੇ ਲੋਕ ਪੰਜਾਬ ਦੇ ਬਾਕੀ ਪ੍ਰਾਂਤ ਨੂੰ ਛੱਡ ਕੇ ਤੇ ਉਹ ਬਾਹਰ ਵਿਦੇਸ਼ਾਂ ਵਿੱਚ ਪ੍ਰਵਾਸ ਧਾਰਨ ਕਰ ਰਹੇ ਨੇ। ਇਸ ਤਰ੍ਹਾਂ ਬਾਕੀ ਦੀਆਂ ਸਟੇਟਸ ਦੇ ਵਿੱਚ ਜਿਹੜੀਆਂ ਸਟੇਟਸ ਪੰਜਾਬ ਨਾਲੋਂ ਪਿੱਛੇ ਨੇ, ਆਰਥਿਕ ਤੌਰ ਤੇ ਪਛੜੀਆਂ ਹੋਈਆਂ, ਤਾਂ ਉਹਨਾਂ ਦੇ ਲੋਕ ਪੰਜਾਬ ਵਿੱਚ ਖੁਸ਼ਹਾਲ ਹੋਣ ਲਈ ਆ ਰਹੇ ਨੇ ਜੀ। ਹੁਣ ਜੇ ਮੈਂ ਸੋਚਾਂ ਕਿ ਅਸੀਂ ਇਹ ਸੋਚੀਏ ਕਿ ਹਰ ਇੱਕ ਦੀ ਤਵੱਕੋ ਤਾਂ ਹੈ ਨਹੀਂ ਕਿ ਉਹ 20 ਲੱਖ ਰੁਪਇਆ ਲਾ ਕੇ ਆਪਣੇ ਬੱਚੇ ਨੂੰ ਜਾਂ ਆਪ ਜਿਹੜਾ ਹੈਗਾ ਸਹਿਤ ਪਰਿਵਾਰ ਜਾਣਾ ਤਾਂ ਬਹੁਤ ਹੀ ਔਖਾ ਗੱਲ ਹੈ। ਅਸੀਂ ਆਪਣੇ ਕਿਸੇ ਮੁੰਡੇ ਜਾਂ ਕੁੜੀ ਨੂੰ ਹੀ ਪ੍ਰਵਾਸ ਲਈ ਭੇਜਦੇ ਹਾਂ, ਉਹ ਚਾਹੇ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਹੈਗਾ ਵਿਆਹ ਕਰਕੇ ਭੇਜਣਾ ਪਵੇ, ਤੇ ਚਾਹੇ ਪੜ੍ਹਾਈ ਦੇ ਸਿਰ ਤੇ ਭੇਜਣਾ ਪਵੇ। ਇੱਥੋਂ ਤੱਕ ਕਿ ਵਿਆਹ ਦੇ ਲਈ ਵੀ ਸਾਡੇ ਅਸੀਂ ਜੇ ਦੇਖੀਏ ਨਾ, ਤਾਂ ਸਾਡੇ ਕੋਲ ਇਹ ਵੀ ਡਾਟੇ ਬੜੇ ਗੰਭੀਰ ਨੇ ਕਿ ਜਦੋਂ 2 ਜਾਂ 3 ਜਿਹੜੇ ਹੈਗੇ ਨੇ ਵਿਆਹ ਹੋ ਕੇ ਜਾ ਰਹੇ ਨੇ, ਜਾਂ ਗਲਤ ਵਿਆਹ ਹੋ ਕੇ ਜਾ ਰਹੇ ਨੇ। ਇੱਥੋਂ ਤੱਕ ਕਿ ਜੇ ਰਿਸ਼ਤਿਆਂ ਦੀ ਵੀ ਜਿਹੜੀ ਉਹਦੇ ਵਿੱਚ ਜਿਹੜੀ ਹੈ ਮਰਿਆਦਾ ਨੂੰ ਤੋੜਿਆ ਜਾ ਰਿਹਾ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਜਦੋਂ ਅਸੀਂ ਘਟਨਾਵਾਂ ਨੂੰ ਦੇਖਦੇ ਹਾਂ, ਇਹ ਬਹੁਤ ਗੰਭੀਰ ਵਿਸ਼ਾ ਹੈ। ਤੇ ਜਿਹੜਾ ਪ੍ਰਵਾਸ ਉਹ ਆ ਰਹੇ ਨੇ, ਜਾਂ ਉਹ ਇੱਕ ਥੋੜ੍ਹੀ ਚਿਰੀ ਮਤਲਬ ਗੱਲ ਹੋ ਸਕਦੀ ਹੈ ਕਿ ਆਪਾਂ ਨੂੰ ਲੱਗ ਰਿਹਾ ਕਿ ਉਹ ਮੁੰਡਾ ਉਹ ਕਰ ਰਿਹਾ ਹੈਗਾ, ਇਹ ਉਹਨਾਂ ਨੇ ਇੱਥੇ ਆ ਕੇ ਖੁਸ਼ਹਾਲ ਹੋਣਾ, ਠੀਕ ਹੈ ਨਾ। ਇਹ ਨਹੀਂ ਹੋ ਸਕਦਾ। ਜਿਹੜੀ ਸਾਡੀ ਧਰਤੀ ਹੁੰਦੀ ਹੈ, ਜਿਹੜਾ ਸਾਡਾ ਵਿਰਸਾ ਹੁੰਦਾ ਹੈ, ਜਿਹੜੀ ਸਾਡੀ ਬੋਲੀ ਹੁੰਦੀ ਹੈ, ਜਿਹੜੀ ਸਾਡੀ ਸੱਭਿਆਚਾਰ ਹੁੰਦੀ ਹੈ, ਉਹ ਹਮੇਸ਼ਾ ਸਾਡੀ ਜ਼ਬਾਨ ਨਾਲ ਜਿਉਂਦੀ ਰਹਿੰਦੀ ਹੈਗੀ ਹੈ ਜੀ। ਜੇ ਪੰਜਾਬ ਦੀ ਧਰਤੀ ਪੰਜਾਬ ਦੇ ਲੋਕਾਂ ਦੀ ਹੈ, ਪੰਜਾਬੀ ਭਾਈਚਾਰੇ ਦੀ ਹੈ, ਪੰਜਾਬੀ ਸੱਭਿਆਚਾਰ ਦੀ ਹੈ, ਪੰਜਾਬੀ ਜ਼ੁਬਾਨ ਦੀ ਹੈ, ਤਾਂ ਉਸ ਨੇ ਉਹਦੇ ਕਰਕੇ ਹਮੇਸ਼ਾ ਜਿਉਂਦੇ ਰਹਿਣਾ। ਭਾਵੇਂ ਪੰਜਾਬੀ ਅੱਜ 150 ਮੁਲਕਾਂ ਦੇ ਵਿੱਚ ਵਸ ਚੁੱਕੇ ਹੋਣ, ਪਰ ਉਹਨਾਂ ਨੇ ਆਪਣੀ ਵਿਰਾਸਤ ਨੂੰ ਫੈਲਾਇਆ ਹੀ ਹੈ, ਜੇ ਮੈਂ ਉਸ ਨਜ਼ਰੀਏ ਤੋਂ ਦੇਖਾਂਗੀ, ਠੀਕ ਹੈ। ਤਾਂ ਉਸ ਦਾ ਜਿਹੜਾ ਪ੍ਰਭਾਵ ਹੈ, ਇਹ ਨਹੀਂ ਹੋ ਸਕਦਾ ਕਿ ਪੰਜਾਬ ਮੁੱਕ ਜਾਊਗਾ, ਜਾਂ ਪੰਜਾਬ ਦੇ ਉੱਤੇ ਕੋਈ ਪੰਜਾਬੀ ਭਾਸ਼ਾ ਦਾ, ਪੰਜਾਬੀ ਸੱਭਿਆਚਾਰ ਦਾ, ਜਾਂ ਉਹਨਾਂ ਦਾ ਕਾਬਜ਼ ਹੋ ਜਾਏਗਾ। ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ। ਹੁਣ ਜੇ ਇੱਥੋਂ ਦੇ ਲੋਕਾਂ ਨੇ ਮਤਲਬ ਜੇ ਅਸੀਂ ਪੱਛਮੀ ਮੁਲਕਾਂ ਦੀ ਗੱਲ ਦੇਖੀਏ, ਤਾਂ ਕੇਵਲ
ਆਪਣਾ ਏਸ਼ੀਅਨ ਮੁਲਕਾਂ ਨੇ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕਾਂ ਤੋਂ ਉਹਨਾਂ ਪੱਛਮੀ ਮੁਲਕਾਂ 'ਚ ਲੋਕ ਗਏ ਨੇ, ਚੀਨੀ ਗਏ ਨੇ, ਜਾਪਾਨੀ ਗਏ ਨੇ, ਕੋਰੀਅਨ ਗਏ ਨੇ, ਇਸਲਾਮਿਕ ਕੰਟਰੀਜ਼ ਤੋਂ ਲੋਕ ਆਏ ਨੇ। ਸੋ ਉੱਥੇ ਜਾ ਕੇ ਮੂਲ ਵਸਦੇ ਲੋਕਾਂ ਦਾ ਹਮੇਸ਼ਾ ਹੀ ਜਿਹੜਾ ਪਲੜਾ ਭਾਰੀ ਹੁੰਦਾ। ਠੀਕ ਹੈ ਨਾ। ਉਹਨਾਂ ਨੇ ਆਪਣਾ ਸੱਭਿਆਚਾਰ, ਆਪਣੀ ਬੋਲੀ, ਆਪਣਾ ਰਹਿਣ ਸਹਿਣ, ਆਪਣਾ ਸਮਾਜਿਕ ਅਰਥ ਵਿਵਸਥਾ ਨੂੰ ਤੁਹਾਡੇ ਉੱਤੇ ਲਾਗੂ ਕਰਨਾ ਹੁੰਦਾ। ਤੁਸੀਂ ਉਹਦੇ ਵਿੱਚੋਂ ਆਪਣੀ ਭਾਸ਼ਾ, ਆਪਣੀ ਸੱਭਿਆਚਾਰ, ਆਪਣੀ ਬੋਲੀ ਨੂੰ ਬਚਾ ਲਓ, ਇਹੀ ਬਹੁਤ ਵੱਡੀ ਗੱਲ ਹੈ। ਉਹਦੇ ਵਿੱਚ ਆਪਣੀ ਪਛਾਣ ਨੂੰ ਸਥਾਪਿਤ ਕਰ ਲਓ, ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਬਹੁਤ ਵੱਡਾ ਉਦਮ ਹੁੰਦਾ। ਔਰ ਇਹਦੇ ਵਿੱਚ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਪੰਜਾਬੀਆਂ ਨੇ ਔਰ ਸਿੱਖ ਡਾਇਸਪੋਰਾ ਨੇ ਇਸ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ। ਔਰ ਇਸ ਦਾ ਬਹੁਤ ਜ਼ਿਆਦਾ ਉੱਥੇ ਇੱਜ਼ਤ ਦੀ ਨਜ਼ਰੀਏ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਸਤਿਕਾਰਿਤ ਉਸ ਨਜ਼ਰੀਏ ਤੋਂ ਵੀ ਦੇਖਿਆ ਜਾਂਦਾ ਹੈਗਾ। ਜਦੋਂ ਕਿ ਇੱਥੇ ਸਾਨੂੰ ਇਸ ਗੱਲੋਂ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਕਿ ਜੇ ਲੋਕ ਆ ਰਹੇ ਨੇ ਉਹ ਆਪਣੀ ਕਿਰਤ ਲਈ ਆ ਰਹੇ ਨੇ, ਆਪਣੀ ਖੁਸ਼ਹਾਲ ਹੋਣ ਲਈ ਆ ਰਹੇ ਨੇ, ਤੇ ਸਾਨੂੰ ਸਾਡੀ ਜ਼ੁਬਾਨ ਨੂੰ ਜਾਂ ਸਾਡੇ ਸੱਭਿਆਚਾਰ ਨੂੰ ਜਾਂ ਸਾਡੇ ਲੋਕਾਂ ਨੂੰ ਉਹਦਾ ਕੋਈ ਖਤਰਾ ਨਹੀਂ ਮੈਂ ਮਹਿਸੂਸ। ਬਿਲਕੁਲ ਤੁਸੀਂ ਇੱਕ ਗੱਲ ਕਰੀ ਹੈ ਵੀ ਪੰਜਾਬ ਜਿਹੜਾ ਹੈਗਾ, ਪੰਜਾਬੀਆਂ ਨੇ ਜਾਂ ਸਿੱਖਾਂ ਨੇ ਆਪਣਾ ਪੰਜਾਬੀ ਸੱਭਿਆਚਾਰ ਨੂੰ ਦੇਸ਼ ਇੰਟਰਨੈਸ਼ਨਲ ਪੱਧਰ 'ਤੇ ਉਹਨੂੰ ਕਾਇਮ ਕੀਤਾ ਹੈ, ਉਹਦੇ 'ਚ ਕਾਮਯਾਬ ਵੀ ਰਿਹਾ। ਤੇ ਸਾਰੇ ਪਾਸੇ ਜਿੱਦਾਂ ਮੈਂ ਕੈਨੇਡਾ ਮੈਨੂੰ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਜਦੋਂ ਏਅਰਪੋਰਟ 'ਤੇ ਉਤਰੇ ਜੀ, ਉੱਥੇ ਜੀ ਆਇਆਂ ਲਿਖਿਆ ਹੋਇਆ ਸੀ, ਬੜੀ ਖੁਸ਼ੀ ਹੋਈ। ਪਰ ਜਦੋਂ ਅਸੀਂ ਪੰਜਾਬ ਆਉਂਦੇ ਜਾਂ ਪੰਜਾਬ ਤੋਂ ਬਾਅਦ ਉਦੋਂ ਇੱਥੇ ਉਤਰਦੇ ਹਾਂ ਤਾਂ ਸਾਨੂੰ ਪੰਜਾਬੀ ਸਾਡੇ ਬੋਰਡ 'ਤੇ ਨਹੀਂ ਮਿਲਦੀ ਹੈਗੀ। ਅਤੇ ਬੜਾ ਕੁਛ ਇੱਦਾਂ ਦਾ ਵੀ ਉਹ ਜਦੋਂ ਇੱਥੇ ਆ ਕੇ ਜਾਂ ਕਿਸੇ ਨੂੰ ਕਹਿੰਦੇ ਆ, ਆਪਣਾ ਰਿਕਸ਼ਾ ਚਾਲਕ ਨੂੰ ਵੀ ਇਹ ਬੰਦਾ ਬਾਹਰੋਂ ਆ ਕੇ ਇੱਦਾਂ ਕਹਿ ਦਿੰਦਾ ਵੀ ਤੂੰ ਸਾਡੇ ਨਾਲ ਹਿੰਦੀ 'ਚ ਨਹੀਂ ਯਾਰ, ਅਸੀਂ ਪੰਜਾਬੀ ਬੋਲਣਾ ਚਾਹੁੰਦੇ ਹਾਂ। ਕਿਉਂਕਿ ਬਾਹਰ ਵਾਲਾ ਬੰਦਾ ਆ ਕੇ ਜਦੋਂ ਆਉਂਦਾ ਤਾਂ ਉਹਨਾਂ ਨੂੰ ਅੰਗਰੇਜ਼ੀ ਤਾਂ ਨਹੀਂ ਆਉਂਦੀ ਹੁੰਦੀ, ਤਾਂ ਉਹਦੇ ਨਾਲ ਹਿੰਦੀ 'ਚ ਗੱਲ ਕਰਨਾ ਸ਼ੁਰੂ ਕਰ ਦਿੰਦੇ ਆ। ਅਤੇ ਉਹ ਜੇ ਬੰਦਾ ਅੱਗੋਂ ਕਹਿੰਦਾ ਵੀ ਯਾਰ ਤੁਸੀਂ ਆਪਣਾ ਇਹ ਖਾਲਿਸਤਾਨ ਆਪਣੇ ਕੋਲ ਰੱਖੋ, ਵੀ ਅਸੀਂ ਤਾਂ ਹਿੰਦੀ ਓ ਬੋਲਾਂਗੇ। ਮਤਲਬ ਇਹੋ ਜਿਹਾ ਮਾਹੌਲ, ਆਪਾਂ ਇਹ ਵੀਡੀਓ ਵਾਇਰਲ ਇੱਕ ਹੋ ਰਹੀ ਹੈ, ਇੱਕ ਬੰਦਾ ਬਾਹਰੋਂ ਆਇਆ ਜੀ, ਉਹ ਬੱਚਿਆਂ ਨੂੰ ਆਪਣੇ ਨੂੰ ਘੁਮਾਉਣ ਲੈ ਕੇ ਆਇਆ, ਉੱਥੇ ਉਹ ਪੱਕੇ ਰਹਿ ਰਹੇ 3 ਪੀੜ੍ਹੀਆਂ ਤੋਂ, ਆਪਣੇ ਬੱਚਿਆਂ ਨੂੰ ਪੰਜਾਬ ਦਿਖਾਉਣ ਆਇਆ। ਤਾਂ ਉਹ ਪੰਜਾਬ ਉੱਥੇ ਕੁਛ ਹੋਰ ਦਿਖਾਇਆ ਜਾਂਦਾ, ਪਰ ਉਹ ਕਹਿੰਦੇ ਜਦੋਂ ਇੱਥੇ ਤਸਵੀਰ ਦੇਖੀ ਤਾਂ ਸਾਨੂੰ ਤਾਂ ਅੱਜ ਤੱਕ ਕਦੀ ਗੱਲ ਵੀ ਨਹੀਂ ਕਰੀ ਇੱਦਾਂ ਦੀ ਵੀ ਸਾਨੂੰ ਇੱਕਦਮ ਅਸੀਂ ਪੰਜਾਬੀ ਬੋਲਣ ਦੀ ਗੱਲ ਕਰੀਏ ਤਾਂ ਸਾਨੂੰ ਇਹ ਗੱਲ ਜਿਹੜੀ ਹੈਗੀ ਆ ਬੋਲ ਦਿੱਤੀ ਹੈ। ਮਤਲਬ ਇਹੋ ਜਿਹਾ ਰੁਝਾਨ ਜਦੋਂ ਬੰਦਾ ਬਣਦਾ ਤਾਂ ਉੱਥੇ ਇੱਕ ਇਹ ਅਸਰ ਜਿਹੜਾ ਹੈਗਾ, ਚਾਹੇ ਤੁਸੀਂ ਬਾਹਰ ਵਾਲਿਆਂ ਦਾ ਆ ਕੇ ਆਪਾਂ ਦੇਖ ਲੈਂਦੇ ਹਾਂ ਜੀ, ਹੋ ਜਾਂਦਾ ਹੈ। ਅਤੇ ਜੇ ਹੁਣ ਮੈਂ ਗੱਲ ਅਗਲੀ ਕਰਾਂ ਜੀ, ਸਿੱਖ ਪ੍ਰਵਾਸ, ਜੇ ਪੰਜਾਬੀ ਪ੍ਰਵਾਸ ਦੀ ਆਪਾਂ ਗੱਲ ਹੋ ਗਈ ਜੀ, ਸਿੱਖਾਂ ਦਾ ਜਦੋਂ ਪ੍ਰਵਾਸ ਬਾਹਰ ਹੋਇਆ, ਤੁਸੀਂ ਕਹਿ ਰਹੇ ਵੀ ਸਿੱਖੀ ਬੜੀ ਪ੍ਰਫੁੱਲਿਤ ਹੋਈ ਹੈ, ਅਤੇ ਉਹਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਜਾਂ ਸਿੱਖੀ ਹੈ ਜਾਂ ਸਿੱਖੀ ਸੱਭਿਆਚਾਰ, ਸਿੱਖੀ ਦੇ ਸੰਦਰਭ ਦੇ ਵਿੱਚ ਕੋਈ ਉਹਦੇ ਦਾ ਕੋਈ ਅਸਰ ਜਿਹੜੇ ਹੈਗੇ ਕਿਹੋ ਜਿਹੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਜਾਂ ਹੋ ਸਕਦੇ ਜਾਂ ਕੋਈ ਇਹਦਾ ਕੋਈ ਫਰਕ ਹੈ? ਹਾਂ, ਇਹ ਮੈਂ ਜ਼ਰੂਰ, ਮੈਨੂੰ ਇਸ ਗੱਲ 'ਚ ਨਜ਼ਰ ਆਉਂਦਾ ਹੈ ਕਿ ਅਸੀਂ ਜਿਹੜੇ ਉੱਥੋਂ ਇਸ ਵੇਲੇ ਜਿਹੜੇ ਉੱਥੇ ਸਾਡੇ ਪੰਜਾਬੀ ਪ੍ਰਵਾਸੀ ਭਾਈਚਾਰਾ ਜਾਂ ਕਹਿ ਲਓ ਕਿ ਸਿੱਖੀ ਪਰਿਵਾਰ ਨੇ, ਉਹ ਹੁਣ ਇਸ ਵੇਲੇ ਤੀਸਰੀ ਜਾਂ ਚੌਥੀ ਪੀੜ੍ਹੀ ਦੇ ਵਿੱਚ ਅਸੀਂ ਉਹਨਾਂ ਨੂੰ ਦੇਖਦੇ ਹਾਂ। ਉਹਨਾਂ ਦੇ ਜਿਹੜੇ ਪਰਿਵਾਰ ਨੇ, ਉਹ ਬੱਚੇ ਨੇ ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਜਿਨ੍ਹਾਂ ਨੂੰ ਇੱਥੇ ਲਿਆ ਕੇ ਪੰਜਾਬ ਦਿਖਾਇਆ ਜਾਂਦਾ ਜੀ। ਦਰਅਸਲ ਉੱਥੋਂ ਦੇ ਲੋਕ ਇਸ ਪ੍ਰਤੀ ਬਹੁਤ ਸੁਚੇਤ ਨੇ, ਕਿਉਂਕਿ ਉਹਨਾਂ ਨੂੰ ਇੱਕ ਮਿਸ਼ਰਤ ਸੱਭਿਆਚਾਰ ਵਿੱਚ ਜਿਉਣਾ ਪੈ ਰਿਹਾ, ਅਤੇ ਉਸ ਮਿਸ਼ਰਤ ਸੱਭਿਆਚਾਰ ਦੇ ਵਿੱਚ ਉਸ ਵਿੱਚ ਆਪਣੀ ਪਛਾਣ ਨੂੰ ਸਥਾਪਿਤ ਕਰਨ ਦੇ ਲਈ ਉਹ ਆਪਣੇ ਬੱਚਿਆਂ ਦੇ, ਉਹ ਖਿਆਸ ਕਰਕੇ ਜਿੰਨੇ ਵੀ ਉੱਥੇ ਮੈਨੂੰ ਪਰਿਵਾਰਾਂ ਵਿੱਚ ਜਾਣ ਦਾ ਮੌਕਾ ਮਿਲਿਆ ਜਾਂ ਜਿੰਨਾ ਕੁ ਮੈਨੂੰ ਉੱਥੇ ਵਿਚਰਨ ਦਾ ਮੌਕਾ ਮਿਲਿਆ, ਅਸੀਂ ਦੇਖਿਆ ਕਿ ਉੱਥੇ ਉਹ ਲੋਕ ਆਪਣੇ ਪਰਿਵਾਰਾਂ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਸਿੱਖ ਭਾਈਚਾਰੇ ਦੇ ਨਾਲ, ਸਿੱਖੀ ਕੀਮਤ ਸਿਧਾਂਤਾਂ ਦੇ ਨਾਲ, ਹੈ ਨਾ, ਸਿੱਖ ਸੱਭਿਆਚਾਰ ਨਾਲ, ਸਿੱਖ ਮੂਲ ਸਿਧਾਂਤਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਅਤੇ ਉਹਨਾਂ ਪਰਿਵਾਰਾਂ ਦੇ ਵਿੱਚ ਤੁਸੀਂ ਭਾਵੇਂ ਬਾਹਰ ਜਿਹੜੀ ਮਰਜ਼ੀ ਭਾਸ਼ਾ ਪੜ੍ਹ ਰਹੇ ਹੋਵੋ, ਬੋਲ ਰਹੇ ਹੋਵੋ, ਤੁਹਾਡਾ ਜਿਹੋ ਜਿਹਾ ਮਰਜ਼ੀ ਸਰਕਲ ਹੋਵੇ, ਸੋਸ਼ਲ ਸਰਕਲ ਹੋਵੇ, ਪਰ ਆਪਣੇ ਘਰ ਵਿੱਚ ਤੁਸੀਂ ਪੰਜਾਬੀ ਬੋਲੋਗੇ। ਉੱਥੇ ਜਿਹੜੇ ਵੱਡੇ ਬਜ਼ੁਰਗ ਰਹਿ ਰਹੇ ਨੇ, ਦਾਦੀ ਨਾਨੀ ਰਹਿ ਰਹੇ, ਈਵਨ ਮਾਂ ਪਿਓ ਵੀ ਉੱਥੋਂ ਦੇ, ਜਿਹੜੀ ਉਹ ਤੀਸਰੀ ਪੀੜ੍ਹੀ ਹੋਏਗੀ, ਜੇ ਮੈਂ ਚੌਥੀ ਪੀੜ੍ਹੀ ਦੀ ਗੱਲ ਕਰ ਰਹੀ ਹਾਂ, ਤਾਂ ਉਹਨਾਂ ਦਾ ਵਧੇਰੇ ਕੋਸ਼ਿਸ਼ ਹੈ ਕਿ ਵੀ ਉਹ ਬਹੁਤ ਸੁਚੇਤ ਨੇ ਕਿ ਆਪਣੇ ਬੱਚਿਆਂ ਨੂੰ ਆਪਣਾ ਜਿਹੜਾ ਹੈਗਾ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਿਆ ਜਾਵੇ, ਸਿੱਖ ਰੋਹ ਰੀਤਾਂ ਨਾਲ ਜੋੜਿਆ ਜਾਵੇ, ਸਿੱਖ ਮੁੱਲਾਂ ਪ੍ਰਬੰਧਾਂ ਨਾਲ ਜੋੜਿਆ ਜਾ ਰਿਹਾ, ਉਹਨਾਂ ਕੀਮਤਾਂ ਨਾਲ ਜੋੜਿਆ ਜਾਵੇ। ਔਰ ਉਹ ਬੱਚੇ ਬਹੁਤ ਖੁਸ਼ ਹੁੰਦੇ ਨੇ ਜਿੱਥੇ ਉਹਨਾਂ ਬੱਚਿਆਂ ਦੇ ਵਿੱਚ ਆਪਣੀ ਗੁਰਬਾਣੀ ਨੂੰ ਲੈ ਕੇ, ਹੈ ਨਾ, ਇੱਕ ਖਾਸ ਤਰ੍ਹਾਂ ਦਾ, ਬੇਸ਼ੱਕ ਉਹ ਵੀਕਐਂਡ ਦੇ ਉੱਤੇ ਸ਼ਨੀਵਾਰ ਜਾਂ ਐਤਵਾਰ ਹੀ ਗੁਰਦੁਆਰੇ ਜਾਂਦੇ ਨੇ,
ਔਰ ਉੱਥੋਂ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ, ਬੇਸ਼ੱਕ ਉਹਨਾਂ ਦਾ ਸਮਾਜਿਕ ਜਾਂ ਰਾਜਨੀਤਿਕ ਪ੍ਰਬੰਧ ਜਿਵੇਂ ਦੇ ਮਰਜ਼ੀ ਹੋਣ, ਪਰ ਉਹ ਜੇ ਸੱਭਿਆਚਾਰਕ ਨਜ਼ਰੀਏ ਤੋਂ ਦੇਖੀਏ ਤਾਂ ਉਹ ਸਾਡੀ ਸੱਭਿਆਚਾਰਕ ਸੱਥ ਨੇ ਜੀ। ਠੀਕ ਹੈ, ਜਿੱਥੇ ਸਾਡਾ ਕੇਵਲ ਪੰਜਾਬੀ ਭਾਈਚਾਰਾ ਹੀ ਨਹੀਂ ਪ੍ਰਫੁੱਲਤ ਹੋ ਰਿਹਾ, ਉਹਦੇ ਨਾਲ ਨਾਲ ਸਾਡੀ ਭਾਸ਼ਾ, ਸਾਡਾ ਕਲਚਰ, ਸਾਡਾ ਸਿੱਖ ਰੌ ਰੀਤਾਂ ਮਰਿਆਦਾ ਵੀ ਪ੍ਰਫੁੱਲਤ ਹੋ ਰਹੀਆਂ ਨੇ। ਔਰ ਉੱਥੇ ਜਾ ਕੇ ਉਹ ਬੱਚੇ ਕਹਿੰਦੇ ਨੇ ਕੀਰਤਨ ਵੀ ਸਿੱਖ ਰਹੇ ਨੇ, ਪਾਠ ਵੀ ਸਿੱਖ ਰਹੇ ਨੇ, ਭਾਸ਼ਾ ਵੀ ਸਿੱਖ ਰਹੇ ਨੇ, ਈਵਨ ਗਿੱਧਾ ਭੰਗੜਾ ਵੀ ਸਿੱਖ ਰਹੇ ਨੇ। ਅਤੇ ਹੁਣ ਜਿਹੜਾ ਉਹਨਾਂ ਦੇ ਵਿੱਚ ਹੋਰ ਵੀ ਤਰ੍ਹਾਂ ਦੀਆਂ ਜਿਹੜੇ ਉਹਨੂੰ ਲੈ ਕੇ ਰੁਝਾਨ ਨੇ, ਉਹੀ ਖਿੱਚ ਉਹਨਾਂ ਨੂੰ ਮੁੜ ਕੇ ਇੱਥੇ ਲੈ ਕੇ ਆਉਂਦੀਆਂ। ਇੱਥੇ ਮੈਂ ਇੱਕ ਹੋਰ ਗੱਲ ਐਡ ਅਪ ਕਰਨਾ ਚਾਹਾਂਗੀ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇੱਥੇ ਉਹ ਚੀਜ਼ ਨਹੀਂ ਹੈ, ਉਹ ਇਸ ਕਰਕੇ ਕਿਉਂਕਿ ਇੱਥੋਂ ਦੇ ਲੋਕ ਸੁਚੇਤ ਨਹੀਂ ਹੈ। ਇੱਥੇ ਜਿਹੜਾ ਸਾਡੀ ਮਜਬੂਰੀ ਹੈ ਕਿ ਜੋ ਸਾਨੂੰ ਰਾਜਨੀਤਿਕ ਜਾਂ ਸਮਾਜਿਕ ਵਿਵਸਥਾ ਸਾਨੂੰ ਦਿੱਤੀ ਗਈ ਹੈ, ਜੋ ਜਿਹੜੀਆਂ ਸਾਡੀਆਂ ਐਜੂਕੇਸ਼ਨ ਪਾਲਿਸੀ ਆ, ਉਹ ਸਮੁੱਚੇ ਭਾਰਤ ਦੀਆਂ ਪਾਲਿਸੀਜ਼ ਨੇ, ਉਹਦੇ ਵਿੱਚ ਲੋਕਾਂ ਨੇ ਸੰਘਰਸ਼ ਹੀ ਨਹੀਂ ਕੀਤਾ ਆਪਣੇ ਵਿਰਸੇ ਨੂੰ, ਆਪਣੀ ਉਸ ਉਹਦੇ ਨੂੰ ਜਾਂ ਉਹ ਚੀਜ਼ਾਂ ਨੂੰ ਲਾਗੂ ਕਰਵਾਉਣ ਦੇ ਵਿੱਚ। ਜੇ ਹੋਈਆਂ ਵੀ ਤਾਂ ਸਮਾਂ ਪੈ ਕੇ 10 ਸਾਲ ਜਾਂ 20 ਸਾਲ ਉਹ ਹੌਲੀ ਹੌਲੀ ਖਤਮ ਹੋਣ ਵਾਲੇ, ਪਤਨ ਵੱਲ ਹੋ ਜਾਣੀਆਂ ਸ਼ੁਰੂ ਕਰਤੀਆਂ। ਜੇ ਮੈਂ ਆਪਾਂ ਦੂਰ ਹੀ ਨਾ ਜਾਈਏ ਤਾਂ ਜੇ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਹੋਈ ਦੂਸਰੀ ਹਿਬਰੂ ਯੂਨੀਵਰਸਿਟੀ ਤੋਂ ਬਾਅਦ ਜਿਹੜੀ ਹੈ ਪੰਜਾਬੀ ਯੂਨੀਵਰਸਿਟੀ ਸੀ, ਜਿਸ ਨੇ ਪੰਜਾਬੀ ਭਾਸ਼ਾ ਦੇ ਨਾਮ ਉੱਤੇ ਆਪਣਾ ਔਰ ਬਹੁਤ ਵਿਕਾਸ ਕੀਤਾ ਸੀ। ਬਹੁਤ ਜ਼ਿਆਦਾ ਜਿੰਨਾ ਸਾਹਿਤ ਸਰੋਤ ਹੈ ਉਹ ਸਾਰਾ ਪੰਜਾਬੀ ਦੇ ਵਿੱਚ, ਜਿਹੜਾ ਸਾਹਿਤਿਕ ਜਿਹੜੇ ਸਾਡੇ ਕੋਲ, ਚਾਹੇ ਉਹ ਗੁਰਬਾਣੀ ਦੀ ਖੋਜ ਹੈ ਜਾਂ ਸਾਹਿਤ ਦੀ ਖੋਜ ਹੈ, ਉਹ ਸਾਨੂੰ ਪੰਜਾਬੀ ਜਿਹੜੇ ਕੋਸ਼ ਨੇ ਉਹ ਸਾਰਾ ਪੰਜਾਬੀ ਯੂਨੀਵਰਸਿਟੀ ਦੇ ਉਹਦੀ ਕੋਸ਼ਿਸ਼ਾਂ ਨਾਲ ਜਾਂ ਇੱਥੋਂ ਦੇ ਵੱਖ-ਵੱਖ ਵਿਭਾਗਾਂ ਰਾਹੀਂ ਹੋਇਆ। ਔਰ ਪਿਛਲੇ ਸਮੇਂ ਤੋਂ ਜੇ ਤੁਸੀਂ ਦੇਖੋ ਤਾਂ ਕਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੂੰ ਜਿਹੜਾ ਹੈਗਾ ਆਰਥਿਕ ਤੌਰ ਤੇ ਸੰਕਟ ਦਾ ਸਾਰਾ ਸਾਹਮਣਾ ਕਰਨਾ ਪੈ ਰਿਹਾ, ਔਰ ਕਿਵੇਂ ਸਰਕਾਰਾਂ ਅੱਗੇ ਗੁਹਾਰ ਲਾਣੀ ਪਈ ਕਿ ਸਾਨੂੰ ਜਿਹੜਾ ਬਚਾਇਆ ਜਾਵੇ। ਸੋ ਜਦੋਂ ਸਥਿਤੀਆਂ ਇਹੋ ਜਿਹੀਆਂ ਬਣ ਜਾਣ ਤੇ ਫਿਰ ਉਹ ਸੁਚੇਤਤਾ ਸਮਾਜ 'ਚ ਵੀ ਆਉਂਦੀ ਹੈ, ਪਰਿਵਾਰਾਂ 'ਚ ਵੀ ਆਉਂਦੀ ਹੈ, ਲੋਕਾਂ ਵਿੱਚ ਵੀ ਆਉਂਦੀ ਹੈ। ਤੇ ਬਿਨਾਂ ਸ਼ੱਕ ਲੋਕ ਇੱਥੇ ਸੁਚੇਤ ਨਹੀਂ ਹਨ, ਠੀਕ ਹੈ ਨਾ। ਇੱਥੇ ਜਿਹੜਾ ਦੂਸਰੀਆਂ ਭਾਸ਼ਾਵਾਂ ਦਾ, ਕਿਉਂਕਿ ਇੱਥੇ ਹਰ ਪ੍ਰਾਂਤ ਦੀ ਆਪਣੀ ਭਾਸ਼ਾ, ਠੀਕ ਹੈ ਨਾ। ਜੇ ਬੰਗਾਲੀ ਸੁਚੇਤ ਹੋ ਸਕਦੇ ਨੇ ਤਾਂ ਪੰਜਾਬੀ ਕਿਉਂ ਨਹੀਂ ਸੁਚੇਤ ਹੋ ਸਕਦੇ? ਠੀਕ ਹੈ ਨਾ। ਜੇ ਦੱਖਣ ਭਾਰਤ ਸੁਚੇਤ ਹੋ ਸਕਦਾ ਤਾਂ ਪੰਜਾਬੀ ਕਿਉਂ ਨਹੀਂ ਸੁਚੇਤ ਹੋ ਰਿਹਾ? ਇਹ ਤਾਂ ਸਾਡੇ ਸਾਰਿਆਂ ਉੱਤੇ ਹੀ ਇਹ ਸਵਾਲ ਹੈ ਕਿ ਅਸੀਂ ਉਸ ਪ੍ਰਤੀ ਸੁਚੇਤ ਨਹੀਂ ਹਾਂ, ਜਦੋਂ ਕਿ ਬਾਹਰ ਵਸਦਾ ਪੰਜਾਬੀ ਭਾਈਚਾਰਾ ਜਾਂ ਸਿੱਖ ਭਾਈਚਾਰਾ ਇਸ ਗੱਲੋਂ ਬਹੁਤ ਜ਼ਿਆਦਾ ਸੁਚੇਤ ਹੈ। ਔਰ ਇਸ ਗੱਲ ਨੂੰ, ਦੂਸਰੀ ਗੱਲ ਇੱਕ ਹੋਰ ਜਿਹੜਾ ਨੁਕਤਾ ਧਿਆਨ ਵਿੱਚ ਰੱਖਣ ਯੋਗ ਹੈ ਕਿ ਜਿਹੜਾ ਮੀਡੀਆ ਹੈ ਨਾ, ਜੇ ਅਸੀਂ ਗੱਲ ਕਰੀਏ YouTube ਹੀ ਹੈ ਜਿਸ ਰਾਹੀਂ ਆਪਾਂ ਜੁੜ ਰਹੇ ਹਾਂ ਅੱਜ ਸਰੋਤਿਆਂ ਦੇ ਨਾਲ, ਕਿ YouTube ਨੇ ਜਿਹੜੀਆਂ ਸਾਡੀਆਂ ਜਿਵੇਂ ਹੁਣ ਅਸੀਂ 84 ਦੀ ਗੱਲ ਕਰਦੇ ਹਾਂ ਜਾਂ ਦਿੱਲੀ ਕਤਲੇਆਮ ਦੀ ਗੱਲ ਹੁੰਦੀ ਹੈ, ਜਾਂ ਜੋ ਵੀ ਦੁਸ਼ਵਾਰਾਂ ਜਾਂ ਜੋ ਵੀ ਸੰਕਟਾਂ ਦਾ ਸਾਹਮਣਾ ਸਿੱਖ ਭਾਈਚਾਰੇ ਨੂੰ ਇੱਥੇ ਰਹਿ ਕੇ ਕਰਨਾ ਪਿਆ, ਉਸ ਨੂੰ ਮਾਨਸਿਕ ਤੌਰ ਤੇ ਪੁਨਰ ਜਾਗਰਤ ਕਰਨ ਦੇ ਵਿੱਚ ਜਿਹੜਾ ਅੱਜ ਕੱਲ੍ਹ ਦੇ ਮੀਡੀਆ ਨੇ, ਪਿਛਲੇ 10 ਸਾਲਾਂ ਦੇ ਮੀਡੀਆ ਨੇ ਜਿਹੜਾ ਰੋਲ ਕੀਤਾ, ਉਸ ਨਾਲ ਉੱਥੋਂ ਦੀ ਜਿਹੜੀ ਪੀੜ੍ਹੀ, ਜਿਹੜੀ ਚੌਥੀ ਪੀੜ੍ਹੀ ਮੈਂ ਕਹਿ ਰਹੀ ਹਾਂ ਕਿ ਉਹਨਾਂ ਪਰਿਵਾਰਾਂ ਦੀ ਪੀੜ੍ਹੀ ਹੈ, ਉਸ ਦੇ ਮਾਨਸਿਕ ਪਟਲ ਦੇ ਵਿੱਚ ਉਹ ਇਤਿਹਾਸ ਉਕਰਿਆ ਗਿਆ। ਜਦੋਂ ਕਿ ਇੱਧਰ ਦੇ ਲੋਕ, ਇੱਧਰ ਦੇ ਬੱਚੇ, ਇੱਧਰ ਦੇ ਵਿਦਿਆਰਥੀ, ਇੱਧਰ ਦੇ ਸਿੱਖ ਭਾਈਚਾਰਾ ਉਸ ਪ੍ਰਤੀ ਇੰਨਾ ਸੁਚੇਤ ਨਹੀਂ ਹੈ, ਠੀਕ ਹੈ। ਇੱਥੋਂ ਤੱਕ ਕਿ ਉੱਥੋਂ ਦੇ ਕਈ ਗੁਰਦੁਆਰੇ ਸਾਹਿਬਾਨ ਦੇ ਵਿੱਚ ਵੀ ਉਹ ਸਾਰਾ ਕੁਝ ਬੱਚਿਆਂ ਨੂੰ ਉਹ ਇਤਿਹਾਸ ਨਾਲ ਜੋੜਿਆ ਜਾਂਦਾ। ਅਸੀਂ ਆਪਣੇ ਇਤਿਹਾਸ ਤੋਂ ਵਿਰਵੇ ਹੁੰਦੇ ਜਾਂਦੇ ਹਾਂ। ਸੋ ਉਹ ਵੀ ਇੱਕ ਕਾਰਨ ਹੈ ਕਿ ਜਿਹੜਾ ਬਾਰ-ਬਾਰ ਜਦੋਂ ਅਸੀਂ ਪੁਨਰ ਜਾਗਰਿਤ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ, ਤਾਂ ਉਸ ਜਾਗਰਤੀ ਦੇ ਵਿੱਚ ਆਪਣੀ ਸ਼ਨਾਖਤ, ਆਪਣੀ ਹੋਂਦ, ਆਪਣੀ ਸੱਭਿਆਚਾਰ, ਆਪਣੇ ਵਿਰਸੇ ਪ੍ਰਤੀ ਮੋਹ ਜਿਹੜਾ ਹੈਗਾ ਉਹ ਮੁੜ ਜਾਗਦਾ ਤੇ ਬੰਦਾ ਉਹਦੇ ਲਈ ਪਹਿਰਾ ਵੀ ਦਿੰਦਾ ਤੇ ਉਹਦੇ ਲਈ ਲੜਦਾ ਵੀ ਹੈ ਤੇ ਖੜਦਾ ਵੀ ਹੈ। ਬਿਲਕੁਲ ਮੈਮ, ਸੁਚੇਤ ਜਿਹੜਾ ਹੈ ਪੰਜਾਬ ਜਿਹੜਾ ਸਾਡਾ ਹੈ, ਇਹ ਬਿਲਕੁਲ ਨਹੀਂ, ਸਾਡੇ ਸਿੱਖ ਖਾਸ ਕਰਕੇ ਇਸ ਪਾਸੇ ਨੂੰ ਸੁਚੇਤ ਨਹੀਂ ਹੈਗੇ। ਸਾਡੇ ਪੰਜਾਬ ਦੇ ਵਿੱਚ ਹੀ ਬੱਚੇ ਜਿਹੜੇ ਹੈਗੇ ਸਕੂਲ ਦੇ ਵਿੱਚ ਕੜਾ ਪਾ ਕੇ ਪੇਪਰ ਨਹੀਂ ਦੇ ਸਕਦੇ। ਕਿੱਥੇ ਸਿੱਖੀ ਸਿਧਾਂਤ ਸਾਡੇ ਕਿੱਥੇ ਚਲੇ ਗਏ? ਸ਼੍ਰੀ ਸਾਹਿਬ ਤਾਂ ਦੂਰ ਦੀ ਗੱਲ ਹੈ ਜੀ, ਤੁਸੀਂ ਦੇਖੋ ਪੰਜਾਬੀ ਤੁਸੀਂ ਕਾਫੀ ਦੇਰ ਪੜ੍ਹਾਈ ਹੈ, ਪੰਜਾਬੀ ਨਾਲ ਜੁੜੇ ਹੋ, ਤੇ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਤੇ ਫਾਈਨ ਹੁੰਦਾ ਜੀ। ਬਿਲਕੁਲ, ਮੈਂ ਇਸ ਗੱਲ ਨੂੰ ਬਿਲਕੁਲ ਕੋਈ ਇਨਕਾਰ ਨਹੀਂ ਕਰਦੀ ਕਿ ਖੁਦ ਮੈਨੂੰ ਜਾ ਕੇ ਹਾਲਾਂਕਿ ਮੇਰਾ ਬੇਟਾ ਬੁੱਢਾ ਦਲ ਸਕੂਲ ਵਿੱਚ ਪੜ੍ਹਦਾ ਸੀਗਾ, ਅਤੇ ਜਦੋਂ ਅਸੀਂ ਜਾ ਕੇ ਉੱਥੇ PTA ਦੇ ਵਿੱਚ ਗੱਲ ਕਰਨੀ ਤਾਂ ਉੱਥੇ ਟੀਚਰ, ਜਦੋਂ ਅਸੀਂ ਪੰਜਾਬੀ ਵਿੱਚ ਗੱਲ ਕਰਦੇ ਸੀ ਤਾਂ ਉਹ ਕਹਿੰਦੇ ਸੀਗੇ ਕਿ ਨਹੀਂ,
ਹੈ ਨਾ, ਅੰਗਰੇਜ਼ੀ ਵਿੱਚ ਬੋਲੋ ਵੀ ਬੱਚੇ ਕਿਵੇਂ ਅੰਗਰੇਜ਼ੀ ਬੋਲਾਂਗੇ। ਤੇ ਅਸੀਂ ਕਹਿੰਦੇ ਸੀ ਜਦੋਂ ਸਾਡੀ ਜ਼ੁਬਾਨ ਪੰਜਾਬੀ ਹੈ ਤੇ ਪੰਜਾਬੀ 'ਚ ਤੁਸੀਂ ਸਾਨੂੰ ਗੱਲ ਸਮਝਾਓ ਜਾਂ ਉਹ ਕਰੋ। ਤੇ ਇਸ ਗੱਲੋਂ ਸਾਡਾ ਵੀ ਕਈ ਵਾਰੀ ਬੜਾ ਉਹਨਾਂ ਨਾਲ ਗੱਲਬਾਤ ਜਿਹੜੀ ਹੁੰਦੀ ਸੀ। ਅੱਛਾ, ਬਹੁਤ ਸਾਰੇ, ਜ਼ਰੂਰੀ ਨਹੀਂ ਕਿ ਸਾਰੇ ਹੀ ਮਾਤਾ ਪਿਤਾ ਪੜ੍ਹੇ ਲਿਖੇ ਪਰਿਵਾਰਾਂ 'ਚੋਂ ਹੋਣ, ਮਤਲਬ ਕਈਆਂ ਨੂੰ ਉਸ ਤਰ੍ਹਾਂ ਉਹਨਾਂ ਸਹਿਜ ਸੁਭਾਵਕ ਅੰਗਰੇਜ਼ੀ ਨਹੀਂ ਬੋਲ ਸਕਦੇ ਹੁੰਦੇ। ਸੋ ਬੜੇ ਉਹ ਵਿਚਾਰੇ ਪੁੱਛ ਹੀ ਨਹੀਂ ਸਕਦੇ ਹੁੰਦੇ ਸੀ ਕਿ ਸਾਡੇ ਬੱਚਿਆਂ ਦੀ ਗਰੋਥ ਕਿਵੇਂ ਹੈਗੀ ਹੈ ਨਾ, ਜਾਂ ਬੱਚਾ ਕਿੱਥੇ ਸਟੈਂਡ ਕਰ ਰਿਹਾ। ਸੋ ਇਹ ਸਮੱਸਿਆ ਇਹ ਹੈ। ਮੈਂ ਉਹੀ ਗੱਲ ਕਰ ਰਹੀ ਹਾਂ ਕਿ ਜੋ ਸਾਡਾ ਇੱਥੇ ਸਮਾਜਿਕ ਰਾਜਨੀਤਿਕ ਵਿਵਸਥਾ ਹੈ ਜਾਂ ਜਿਹੜੀ ਸਾਡੀ ਐਜੂਕੇਸ਼ਨ ਪਾਲਿਸੀ ਹੈ, ਅਸੀਂ ਉਹਨੂੰ ਬੰਨਣ ਲਈ ਮਜਬੂਰ ਹਾਂ, ਉਹਨੂੰ ਮੰਨਣ ਲਈ ਮਜਬੂਰ ਹਾਂ। ਠੀਕ ਹੈ ਨਾ। ਉਹ ਕਿਉਂਕਿ ਇੱਥੇ ਸਾਡੇ ਸਿੱਖ ਭਾਈਚਾਰਾ ਨੇ ਉਹ ਇੱਕ ਖਾਸ ਤਰ੍ਹਾਂ ਦੀ ਰਾਜਨੀਤਿਕਤਾ ਦਾ ਸ਼ਿਕਾਰ ਹੋ ਗਿਆ, ਜਾਂ ਕਹਿ ਲਓ ਕਿ ਇੱਕ ਰਾਜਨੀਤੀ ਉਹਦੇ ਉੱਤੇ ਆ ਕੇ ਬੈਠ ਗਈ। ਅਸੀਂ ਉਹ ਆਪਣੀਆਂ ਧਾਰਮਿਕ ਕੀਮਤਾਂ, ਉਹ ਆਪਣੇ ਮੁੱਲਾਂ ਪ੍ਰਬੰਧਾਂ ਦੀ ਉਹ ਰਾਖੀ ਨਹੀਂ ਕਰ ਸਕੇ, ਜਿਹਦੇ ਲਈ ਸੱਚਮੁੱਚ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਨਹੀਂ ਤਾਂ ਅਸੀਂ ਉਹ ਮਤਲਬ ਜਿਹੜੀ ਸਾਡੀ ਇਹ ਵਾਲੀ ਪੀੜ੍ਹੀ ਹੈ, ਉਹ ਮਤਲਬ ਉੱਥੇ ਤਾਂ ਅਸੀਂ ਬਚਾ ਲਾਂਗੇ, ਉੱਥੋਂ ਤਾਂ ਅਸੀਂ ਗੁਰੂ ਸਾਹਿਬ ਦੀ ਸਾਖੀ ਅਨੁਸਾਰ ਹੈ ਨਾ ਵਸ ਜੋ ਜਾ ਕੇ, ਤੇ ਅਸੀਂ ਵਸ ਗਏ ਹਾਂ, ਹੈ ਨਾ। ਅਸੀਂ ਪ੍ਰਚਾਰ ਵੀ ਕਰ ਰਹੇ ਹਾਂ, ਪ੍ਰਸਾਰ ਵੀ ਕਰ ਰਹੇ ਹਾਂ, ਪਰ ਅਸੀਂ ਆਪਣੀ ਇਸ ਤੋਂ ਵਿਰਵੇ ਹੋ ਜਾਵਾਂਗੇ। ਸੋ ਇਹਦੇ ਪ੍ਰਤੀ ਨਿਸ਼ਚਿਤ ਦੇ ਸੁਚੇਤ ਹੋਣ ਦੀ ਜ਼ਰੂਰਤ ਹੈ। ਪੰਜਾਬ ਤੋਂ ਬਾਹਰ ਸਿੱਖ ਜਾਂ ਪੰਜਾਬੀ ਵਸੇ ਨੇ ਤੇ ਉਹ ਆਪਣੀ ਖੁਸ਼ਬੂ ਫੈਲਾ ਰਹੇ ਨੇ, ਪਰ ਜਿੱਥੇ ਜੜ ਹੈ, ਜੇ ਜੜ ਸਾਡੀ ਕਮਜ਼ੋਰ ਹੋ ਗਈ ਤਾਂ ਫਿਰ ਉਹਨਾਂ ਤੇ ਵੀ ਅਸਰ ਕਿਵੇਂ ਪਏਗਾ? ਨਹੀਂ, ਇਹਦੇ ਪ੍ਰਤੀ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ, ਕਾਰਜ ਕਰਨੇ ਚਾਹੀਦੇ ਨੇ। ਹੋਰ ਸੱਚਮੁੱਚ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਜਾਂ ਇਸ ਤੋਂ ਉਹ ਕਰਨ ਦੀ ਜ਼ਰੂਰਤ ਨਹੀਂ। ਹਾਂ, ਸੁਚੇਤ ਹੋ ਕੇ ਇਹਦੇ ਪ੍ਰਤੀ ਜਿਹੜੇ ਹੈਗੇ ਕਾਰਜ ਸਾਨੂੰ ਕਰ ਲੈਣੇ ਚਾਹੀਦੇ ਨੇ, ਤੇ ਇਸ ਪ੍ਰਤੀ ਜਿਹੜੀ ਜਿੰਨਾ ਵੀ ਹੋ ਸਕੇ ਆਪਣੀ ਜਿਹੜੀ ਸਾਡੀ ਵਰਤਮਾਨ ਜਿਹੜੀ ਭਵਿੱਖਾਰਥੀ ਪੀੜ੍ਹੀ ਹੈ ਉਸ ਨੂੰ ਇਸ ਦੇ ਨਾਲ ਜੋੜਨਾ ਚਾਹੀਦਾ। ਮੈਂ ਪ੍ਰਵਾਸ ਜਿਹੜਾ ਹੈਗਾ ਕਦੋਂ ਤੱਕ ਜਿਹੜਾ ਹੈਗਾ ਆਪਣੇ ਜੇ ਮੂਲ ਲਈ ਹੈ ਨਾ ਉਹਦੇ ਲਈ ਉਹ ਫਾਇਦੇਮੰਦ ਹੈ, ਤੇ ਕਦੋਂ ਉਹ ਸਮੱਸਿਆ ਬਣ ਜਾਂਦਾ ਜੀ? ਸਮੱਸਿਆ ਉਦੋਂ ਬਣਦਾ ਜਦੋਂ ਮਨੁੱਖ, ਮੈਂ ਕਹਾਂਗੀ ਕਿ ਜਦੋਂ ਇੱਕ ਪ੍ਰਵਾਸੀ ਪੂਰੀ ਤਰ੍ਹਾਂ ਸੰਪੰਨ ਹੋ ਜਾਂਦਾ, ਜਾਂ ਕਹਿ ਲਓ ਕਿ ਸਮਾਜਿਕ ਤੌਰ 'ਤੇ ਜਾਂ ਆਰਥਿਕ ਤੌਰ 'ਤੇ ਇੰਨਾ ਕੁ ਖੁਸ਼ਹਾਲ ਹੋ ਜਾਂਦਾ ਹੈ। ਔਰ ਨਿਸੰਦੇਹ ਉੱਥੇ ਜਾ ਕੇ ਪੰਜਾਬੀਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਔਰ ਉਹ ਬਹੁਤ ਵੱਡੇ ਉਹਨਾਂ ਨੇ ਬਿਜ਼ਨਸ ਵੀ ਸਥਾਪਿਤ ਕੀਤੇ ਨੇ, ਅਤੇ ਬਹੁਤ ਸਾਰਾ ਉਹਨਾਂ ਦੇ ਕੋਲ ਖੁਸ਼ਹਾਲੀ ਵੀ ਆਈ ਹੈ। ਤਾਂ ਉਦੋਂ ਫਿਰ ਆਪਣੀ ਪਛਾਣ ਸਥਾਪਿਤ ਕਰਨ ਦੀ ਜਿਹੜੀ ਗੱਲ ਹੈ ਉਹ ਆਉਂਦੀ ਹੈ। ਸਿੱਖੀ ਦੀ ਪਛਾਣ ਹੋਣਾ, ਬਤੌਰ ਪੰਜਾਬੀ ਪਛਾਣ ਹੋਣਾ, ਜਾਂ ਉੱਥੇ ਵਸਦੇ ਮੂਲ ਲੋਕਾਂ ਵਿੱਚ ਤੁਹਾਡੀ ਖਾਸ ਪਛਾਣ ਬਣਨੀ, ਔਰ ਉਹਦੇ ਲਈ ਜਿਹੜਾ ਹੈਗਾ ਫਿਰ ਉਹ ਸੰਘਰਸ਼ ਸ਼ੁਰੂ ਹੁੰਦਾ। ਉਦੋਂ ਜਿਹੜਾ ਪ੍ਰਵਾਸ ਸੰਕਟ ਬਣਦਾ ਹੈਗਾ, ਜਾਂ ਤੁਸੀਂ ਗਲਤ ਤਰੀਕੇ ਨਾਲ ਗਏ ਹੋ, ਉਹ ਤਾਂ ਸੰਕਟਮਈ ਸਥਿਤੀਆਂ ਤੁਹਾਨੂੰ ਹਮੇਸ਼ਾ ਹੀ ਸਾਬਤ ਕਰਨੀਆਂ ਪੈਂਦੀਆਂ। ਔਰ ਮੇਰਾ ਕਹਿਣ ਤੋਂ ਭਾਵ ਹੈ ਕਿ ਵੀ ਤੁਸੀਂ ਜਾਣਾ ਚਾਹੁੰਦੇ ਹੋ, ਕਦੀ ਵੀ ਉਹਨਾਂ ਗਲਤ ਤਰੀਕੇ ਜਾਂ ਗੈਰ ਕਾਨੂੰਨੀ ਢੰਗਾਂ ਨੂੰ ਨਾ ਅਪਣਾਇਆ ਜਾਵੇ। ਉਹਦੇ ਨਾਲ ਕਦੇ ਵੀ ਤੁਸੀਂ ਉਸ ਜਿਹੜੀਆਂ ਦੁਸ਼ਵਾਰੀਆਂ ਤੋਂ ਨਹੀਂ ਬਚ ਸਕਦੇ। ਪਰ ਜੇ ਅਸੀਂ ਦੇਖੀਏ ਕਿ ਕੈਨੇਡਾ ਅਜਿਹਾ ਮੁਲਕ ਹੈ ਜਿੱਥੇ ਤੁਹਾਨੂੰ ਇਹ ਖੁੱਲ੍ਹ ਵੀ ਦਿੱਤੀ ਗਈ, ਔਰ ਜੇ ਅਸੀਂ ਦੇਖੀਏ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਪਾਰਲੀਮੈਂਟ ਸੀਟਾਂ ਦੇ ਵਿੱਚ 9 ਪੰਜਾਬੀ ਸਨ, ਠੀਕ ਹੈ ਨਾ, ਔਰ ਵੱਡੀਆਂ ਜਿਹੜੀਆਂ ਉਹਦੇ ਤੇ ਹਾਂ ਕਹਿੰਦੇ ਨੇ ਉਹਨਾਂ ਪੋਸਟਾਂ ਤੇ ਸੀਗੇ, ਪਾਰਲੀਮੈਂਟ ਦੇ ਵਿੱਚ ਸੀਗੇ, ਸੋ ਕੈਬਨਿਟ ਤੱਕ ਸੀਗੇ। ਸੋ ਜਦੋਂ ਤੁਸੀਂ ਉੱਥੇ ਦੀ ਰਾਜਨੀਤਿਕ ਵਿਵਸਥਾ ਦੇ ਵਿੱਚ ਇੱਕ ਫੈਸਲਾਕੁਨ ਸਥਿਤੀ ਦੇ ਵਿੱਚ ਪਹੁੰਚ ਜਾਂਦੇ ਹੋ, ਉਦੋਂ ਸੰਕਟਮਈ ਸਥਿਤੀਆਂ ਤੋਂ ਬਾਹਰ ਨਿਕਲ ਜਾਂਦੇ ਹੋ। ਪਰ ਉਦੋਂ ਤੱਕ ਤੁਹਾਡੇ ਲਈ ਉਹ ਸੰਕਟਮਈ ਸਥਿਤੀਆਂ, ਚਾਹੇ ਉਹ ਨਸਲਵਾਦ ਦੀ ਹੋਵੇ, ਚਾਹੇ ਉਹ ਤੁਹਾਡੀ ਭੂਮੀ ਦਾ ਹੇਰਵਾ ਹੋਵੇ, ਜਾਂ ਆਪਣੇ ਵਤਨ ਦੀ ਵਾਪਸੀ ਦੀ ਗੱਲ ਹੋਵੇ, ਜਾਂ ਇੱਥੇ ਆ ਕੇ ਵੱਡੀਆਂ ਕੋਠੀਆਂ ਉਸਾਰ ਕੇ ਤੇ ਮੁੜ ਕੇ ਵਾਪਸ ਪਰਤਣ ਦੀ ਗੱਲ ਹੋਵੇ। ਸੋ ਬਹੁਤ ਸਾਰੀਆਂ ਸੰਕਟਮਈ, ਜਾਂ ਉਹ ਸੰਕਟ ਬਣ ਜਾਂਦਾ ਵੀ ਉੱਥੇ ਜਾ ਕੇ ਤਾਂ ਬੈਠ ਗਏ, ਪਰ ਉਹ ਪਿੱਛੇ ਬੈਠੀ ਕੋਠੀ ਨੂੰ ਸਾਂਭਣ ਲਈ ਤੇ ਫਿਰ ਅਸੀਂ ਕਿਸੇ ਭਈਏ ਨੂੰ ਸੌਂਪ ਕੇ ਤੁਰ ਜਾਂਦੇ ਹਾਂ। ਤੇ ਫਿਰ 10 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ ਆਏ ਤੇ ਮੁੜ ਕੇ ਸਾਫ਼ ਸਫਾਈ ਕਰਾਈ, ਤੇ ਫਿਰ ਮੁੜ ਕੇ ਉੱਥੇ ਰਹੇ ਥੋੜ੍ਹੀ ਦੇਰ, ਆਪਣੀ ਧਰਤੀ ਦਾ ਉਹਦਾ ਕੀਤਾ। ਪਰ ਉਹ ਹਾਲਾਤ ਨਹੀਂ ਹੁੰਦੇ ਜਿਹੜੇ ਤੁਸੀਂ ਉਸ ਬੜੀ ਚਾਹ ਨਾਲ ਆਉਂਦੇ ਹੋ ਕਿ ਮੈਂ ਜਾ ਕੇ ਰਹਾਂਗਾ, ਪਰ ਇੱਥੇ ਆ ਕੇ ਉਹ ਹਾਲਾਤ ਨਹੀਂ ਹੁੰਦੇ, ਤੇ ਫਿਰ ਉਹਨਾਂ ਨੂੰ ਬਾਹਰ ਜਾਣ ਲਈ ਫਿਰ ਉਵੇਂ ਹੀ ਮਜਬੂਰ ਹੋਣਾ ਪੈਂਦਾ। ਸ਼ਾਇਦ ਉਹ ਵਾਪਸ ਆ ਵੀ ਜਾਣ, ਰਹਿ ਵੀ ਪੈਣ, ਪਰ ਜਿਹੜੇ ਉਹਨਾਂ ਦੇ ਹਾਲਾਤ, ਕਿਉਂਕਿ ਉੱਥੇ ਮਨੁੱਖ ਦੀ ਜ਼ਿੰਦਗੀ ਦੀ ਜਿਹੜੀ ਪਹਿਲ ਹੈ, ਠੀਕ ਹੈ ਨਾ, ਇੱਕ ਸਮਾਜਿਕ ਵਿਵਸਥਾ ਵਿੱਚ ਤੁਹਾਡੀ ਬਤੌਰ ਇਨਸਾਨ ਜਿਹੜੀ ਸਵੀਕ੍ਰਿਤੀ ਹੈ ਉਹ ਵੱਡੀ ਹੈ, ਜਿਹੜੀ ਕਿ ਸ਼ਾਇਦ ਇੱਥੋਂ ਦੀ ਵਿਵਸਥਾ ਸਾਨੂੰ ਉਹ ਸੁਰੱਖਿਆ ਨਹੀਂ ਦੇ ਪਾ ਰਹੀ ਹੈਗੀ।
ਸੋ ਇਹੋ ਜਿਹੀਆਂ ਚੀਜ਼ਾਂ ਨੂੰ ਜਦੋਂ ਅਸੀਂ ਹੁਣ ਇੰਨੇ ਤੌਰ ਤੇ ਵਿਕਸਿਤ ਹੋ ਚੁੱਕੇ ਹਾਂ, ਸਾਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਸਾਨੂੰ ਵੀ ਉਹੋ ਜੀ ਉਹ ਵਧੇਰੇ ਮੁਲਕ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਉਹ ਮੁਲਕ ਜਿਹੜੇ ਨੇ ਵਧੇਰੇ ਵਿਕਸਿਤ ਨੇ, ਅਸੀਂ ਅਜੇ ਵਿਕਾਸਸ਼ੀਲ ਹਾਂ। ਠੀਕ ਹੈ ਨਾ। ਸੋ ਉਹ ਇਹ ਇੱਕ ਪ੍ਰਵਿਰਤੀ ਹੈ ਕਿ ਅਸੀਂ ਉਹਦੇ ਵਿੱਚੋਂ ਅਸੀਂ ਉਸ ਸੰਘਰਸ਼ ਚੋਂ ਲੰਘ ਰਹੇ ਹਾਂ। ਸ਼ਾਇਦ ਜਦੋਂ ਵਿਕਸਿਤ ਹੋ ਜਾਵਾਂਗੇ ਤਾਂ ਸ਼ਾਇਦ ਇਹ ਸਮੱਸਿਆ ਸਾਡੇ ਸਾਹਮਣੇ, ਇਹੋ ਜਿਹੇ ਸੰਕਟ ਜਾਂ ਇਹੋ ਜਿਹੀਆਂ ਚੁਣੌਤੀਆਂ ਸਾਡੇ ਸਾਹਮਣੇ ਨਹੀਂ ਆਉਣਗੀਆਂ। ਬਿਲਕੁਲ ਜੀ ਮੈਮ, ਤੁਸੀਂ ਗੱਲ ਕਰੀਏ ਨਾ ਵੀ ਬਾਹਰੋਂ ਆ ਕੇ ਇੱਥੇ ਕੋਠੀਆਂ ਪਾ ਲੈਂਦੇ ਨੇ, ਫਿਰ ਜਦੋਂ ਇੱਥੇ ਪਿੱਛੇ ਬੰਦਾ ਕੋਈ ਛੱਡ ਕੇ ਜਾਂਦੇ ਨੇ ਤਾਂ ਇੱਕ ਮੈਂ ਹੁਣ ਪਿੱਛੇ ਜਿਹੀ ਕੋਈ ਸਿੰਘ ਆਏ ਸੀ ਅਮਰੀਕਾ ਤੋਂ, ਉਹਨਾਂ ਨੇ ਘਨੌਲੀ ਦੇ ਲਾਗੇ ਉਹਨਾਂ ਦਾ ਘਰ ਆ, ਬੜਾ ਵਧੀਆ ਉਹਨਾਂ ਨੇ ਘਰ 2012 'ਚ ਪਾਇਆ। ਤੇ ਇਸ ਵਾਰ ਜਦੋਂ ਆਏ ਉਹਨਾਂ ਨੇ ਘਰ ਦੇਖਦੇ ਰਹੇ ਤੇ ਬੜੇ ਭਾਵੁਕ ਹੋਏ, ਕਹਿੰਦੇ ਯਾਰ ਉਦੋਂ ਤਾਂ ਅਸੀਂ ਬੜੇ ਖੁਸ਼ੀ ਨਾਲ ਬੜਾ ਪੈਸਾ ਲਾਇਆ, ਵਧੀਆ ਵੀ ਘਰ ਆਪਣਾ ਇੱਥੇ ਚਾਹੀਦਾ, ਹੁਣ ਬੱਚੇ ਨਹੀਂ ਆਉਣਾ ਚਾਹੁੰਦੇ। ਤੇ ਇੱਕ ਸਾਨੂੰ ਵੀ ਆਉਣ ਵੇਲੇ ਡਰ ਲੱਗਦਾ ਇੱਥੇ ਵੀ ਇੱਕ ਸਿੱਖੀ ਸਰੂਪ ਹੋਣ ਦੇ ਕਰਕੇ ਸਾਨੂੰ ਇਹ ਡਰ ਲੱਗਦਾ ਵੀ ਪਤਾ ਨਹੀਂ ਕੀ ਹੋ ਜਾਣਾ, ਵੀ ਵਾਪਸ ਜਾ ਪਾਵਾਂਗੇ ਕਿ ਨਹੀਂ ਮਤਲਬ ਇੱਦਾਂ ਦਾ ਉਹਨਾਂ ਮਾਹੌਲ। ਮੇਰਾ ਸਵਾਲ ਸੀ, ਵੈਸੇ ਤੁਸੀਂ ਵਿੱਚੋਂ ਕਵਰ ਕਰ ਦਿੱਤਾ, ਮੈਂ ਇਹੀ ਕਰਨਾ ਸੀ ਵੀ ਜਿਹੜਾ ਪ੍ਰਵਾਸੀ ਵਸ ਚੁੱਕੇ ਆ, ਜਿਨ੍ਹਾਂ ਨੇ ਚੰਗਾ ਉੱਥੇ ਪੈਸਾ ਕਮਾ ਲਿਆ ਆਪਣੇ ਆਪ ਨੂੰ, ਉਹਨਾਂ ਦੇ ਕਈ ਪੀੜ੍ਹੀਆਂ ਵਸ ਚੁੱਕੀਆਂ ਨੇ ਉੱਥੇ, ਵੀ ਉਹ ਜਿਹੜੇ ਬੰਦੇ ਹੈ ਉਹ ਪੰਜਾਬ ਦੇ ਲਈ ਜਾਂ ਕੋਈ ਪ੍ਰਵਾਸੀਆਂ ਨੂੰ ਪੰਜਾਬ ਵਾਪਸ ਆਉਣਾ ਚਾਹੀਦਾ। ਕਿਉਂਕਿ ਅੱਗੇ ਹੁੰਦਾ ਸੀ ਵੀ ਟਰੇਡ ਕਰਦੇ ਸੀ, ਬਾਹਰ ਜਾਂਦੇ ਸੀ, ਕਮਾ ਕੇ ਵਾਪਸ ਆ ਜਾਂਦੇ ਸੀ ਤੇ ਆਪਣਾ ਇੱਥੇ ਆਪਣੀ ਜਗ੍ਹਾ ਜ਼ਮੀਨ ਜਿਹੜੀ ਉਹ ਪ੍ਰਫੁੱਲਤ ਹੁੰਦੀ ਸੀ। ਪਰ ਜਦੋਂ ਵਾਪਸ ਨਹੀਂ ਆਉਂਦੇ ਤਾਂ ਫਿਰ ਉੱਥੇ ਰਹਿ ਜਾਂਦੇ, ਤਾਂ ਉਹਦੇ ਨਾਲ ਅਸਰ ਤਾਂ ਪੈਂਦਾ ਹੈ ਵੀ ਉਹ ਜੇ ਵਾਪਸ ਆਉਣ ਜਾਂ ਨਹੀਂ ਆਉਣ, ਜਾਂ ਕਿਵੇਂ ਆ ਸਕਦੇ ਨੇ, ਕਿਵੇਂ ਹੋ ਸਕਦਾ ਹੈ। ਨਹੀਂ, ਉਹ ਆਉਣਾ ਚਾਹੁਣ ਜਾਂ ਨਾ, ਦੇਖੋ ਜਿਹੜਾ ਮੈਂ ਪਹਿਲਾਂ ਵੀ ਕਿਹਾ ਕਿ ਪ੍ਰਵਾਸ ਜਿਹੜਾ ਨਾ ਸਵੈ ਇੱਛਤ ਹੈ, ਤੇ ਜੇ ਵਾਪਸ ਵੀ ਆਉਣਾ ਚਾਹਵੇ ਤਾਂ ਉਹ ਵੀ ਉਹਨਾਂ ਦੀ ਇੱਛਾ ਦੇ ਅਨੁਸਾਰ ਹੀ ਹੈ। ਜਦੋਂ ਹੁਣ ਤੀਸਰੀ ਜਾਂ ਚੌਥੀ ਪੀੜ੍ਹੀ ਹੈ, ਉਹ ਕਦੀ ਵੀ ਨਹੀਂ ਆਉਣਾ ਚਾਹੇਗੀ, ਕਿਉਂਕਿ ਉਹ ਬੱਚੇ ਜੰਮੇ ਹੀ ਪਲੇ ਉਸ ਮਾਹੌਲ 'ਚ, ਉਹਨਾਂ ਲਈ ਤਾਂ ਉਹੀ ਉਹਨਾਂ ਦੀ ਧਰਤੀ ਹੈ, ਉਹੀ ਉਹਨਾਂ ਦੇ ਲੋਕ ਹੈ, ਉਹੀ ਉਹਨਾਂ ਦੀ ਜ਼ਮੀਨ ਹੈ। ਸਿਰਫ ਤੇ ਸਿਰਫ ਅਸੀਂ ਨਿਸੰਦੇਹ ਅਸੀਂ ਆਪਣੇ ਇਤਿਹਾਸਕ ਵਿਰਸੇ ਨੂੰ, ਉਹਨਾਂ ਦੀ ਸਮ੍ਰਿਤੀਆਂ ਵਿੱਚ ਪੁਨਰ ਜਾਗਰਤ ਕਰਦੇ ਆ ਰਹੇ ਹਾਂ, ਤਾਂ ਉਹ ਪੰਜਾਬੀ ਦੇ ਸਿੱਖ ਭਾਈਚਾਰੇ ਨਾਲ ਜੁੜਦੇ ਨੇ। ਪਰ ਜੇ ਅਸੀਂ ਉਹ ਛੱਡ ਦਿਆਂਗੇ ਤਾਂ ਉਹ ਵੀ ਖਤਮ ਹੋ ਜਾਏਗਾ, ਹੈ ਨਾ। ਇੱਕ ਰੁਝਾਨ ਉਹਨਾਂ ਦਾ ਰੱਖਿਆ, ਉਹ ਸਿਰਫ ਆਪਣੀ ਇਤਿਹਾਸਕ ਥਾਵਾਂ ਨੂੰ, ਉਹਨਾਂ ਜਗ੍ਹਾ ਨੂੰ ਦੇਖਣ ਦੇ, ਹੈ ਨਾ। ਕਿਸੇ ਲਈ ਹਰਿਮੰਦਰ ਸਾਹਿਬ ਆਕਰਸ਼ਣ ਦਾ ਘਰ ਹੁੰਦਾ ਹੈ, ਕਿਸੇ ਲਈ ਅਨੰਦਪੁਰ ਸਾਹਿਬ ਆਕਰਸ਼ਣ ਦਾ ਘਰ ਹੁੰਦਾ ਹੈ, ਕਿਸੇ ਲਈ ਆਪਣਾ ਪਿੰਡ ਹੁੰਦਾ ਹੈ ਨਾ। ਹੁਣ ਉੱਥੇ ਜੇ ਮੈਪਲ ਦੇ ਦਰਖਤਾਂ ਦੇ ਵਿੱਚੋਂ ਪਿੱਪਲ ਜਾਂ ਬੋਰਡ ਨਜ਼ਰ ਆਉਂਦਾ ਹੈਗਾ ਤਾਂ ਉਹ ਕਿਸੇ ਨੂੰ ਉਹ ਨਹਿਰਾਂ ਖਿੱਚ ਲਿਆਉਂਦੀਆਂ ਨੇ, ਪਰ ਹੁਣ ਨਾ ਤਾਂ ਉਹ ਨਹਿਰਾਂ ਰਹੀਆਂ, ਨਾ ਉਹ ਪਿੱਪਲ ਰਹੇ, ਨਾ ਉਹ ਬੋਰਡ ਰਹੇ। ਠੀਕ ਹੈ ਨਾ। ਉਹ ਸਾਰਾ ਕੁਝ ਜਦੋਂ 5 ਸਾਲਾਂ, ਜਦੋਂ 20 ਸਾਲਾਂ ਬਾਅਦ ਵਾਪਸ ਆਉਂਦਾ ਤੇ ਉਹ ਸਾਰਾ ਨਕਸ਼ਾ ਹੀ ਵਿਗੜਿਆ ਹੁੰਦਾ, ਤੇ ਉਹ ਪੰਜਾਬ ਨਹੀਂ ਹੁੰਦਾ, ਜਾਂ ਪੰਜਾਬ ਦੇ ਵਿੱਚੋਂ ਉਹ ਸਰੋਂ ਦੇ ਫੁੱਲਾਂ ਦੀ ਖੁਸ਼ਬੂ ਨਹੀਂ ਹੁੰਦੀ। ਸੋ ਉਸ ਜਿਹੜਾ ਉਹ ਜਿਸ ਉਦਰੇਵੇਂ ਲਈ ਉਹ ਆਉਂਦੇ ਨੇ, ਤਾਂ ਉਹ ਉਦਰੇਵਾਂ ਫਿਰ ਉਹਨਾਂ ਨੂੰ ਇੱਥੇ ਉਹ ਆ ਕੇ ਉਹਦੀ ਜਦੋਂ ਪੂਰਤੀ ਨਹੀਂ ਹੁੰਦੀ ਤਾਂ ਫਿਰ ਉਹ ਬਾਹਰ ਨੂੰ ਤੁਰ ਜਾਂਦੇ ਨੇ। ਸੋ ਇਹ ਇੱਕ ਇੱਕ ਬਹੁਤ ਵੱਡਾ ਤੇ ਬਹੁਤ ਗੈਰ ਗੰਭੀਰ ਵਿਸ਼ਾ ਹੈ, ਇਹਦੀਆਂ ਕਈ ਪਰਤਾਂ ਨੇ। ਇਹਨੂੰ ਮਤਲਬ ਬਹੁਤ ਛੋਟੇ ਸੀਮਤ ਸ਼ਬਦਾਂ ਦੇ ਵਿੱਚ ਨਹੀਂ ਵਿਚਾਰਿਆ ਜਾ ਸਕਦਾ। ਕਿਸੇ ਵੇਲੇ ਇਹਦੇ ਤੇ ਆਪਾਂ ਬਹੁਤ ਵਿਸਥਾਰ ਨਾਲ ਗੱਲ ਕਰਾਂਗੇ। ਸੋ ਇਹ ਨਿਰਸੰਦੇਹ ਸਾਨੂੰ ਜਿਹੜਾ ਹੈਗਾ, ਪਰ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਉੱਥੇ ਇੱਕ ਵਾਰੀ ਵਸ ਜਾਂਦਾ ਹੈ, ਉਹ ਪਹਿਲਾਂ ਉਹ ਬਹੁਤ ਪਹਿਲ ਦੀ ਅਵਸਥਾ ਸੀ, ਜਦੋਂ ਉੱਥੇ ਕਮਾ ਕੇ ਆ ਜਾਂਦੇ ਸੀ ਤੇ ਫਿਰ ਮੁੜ ਕੇ ਆ ਕੇ ਇੱਥੇ ਜ਼ਮੀਨਾਂ ਖਰੀਦਦੇ ਸੀ, ਪਰ ਫਿਰ ਕਮਾਈ ਲਈ ਫਿਰ ਤੁਰ ਜਾਂਦੇ ਸੀ। ਠੀਕ ਹੈ ਨਾ। ਜਦੋਂ ਅਸੀਂ ਬਹੁਤ ਪਿੱਛੋਂ ਦੇਖਦੇ ਹਾਂ ਤਾਂ ਸਭ ਤੋਂ ਪਹਿਲੇ ਸਾਬਕਾ ਫੌਜੀ ਜਿਹੜੇ ਐਵੇਂ ਗਏ ਤੇ ਫਿਰ ਮੁੜ ਕੇ ਕਿਰਤੀ ਕਾਮੇ ਗਏ, ਤੇ ਹੈ ਨਾ, ਮਜ਼ਦੂਰ ਗਏ, ਚਾਹੇ ਉਹ ਪਹਿਲੇ ਟ੍ਰੇਨਾਂ ਦੀਆਂ ਕਹਿੰਦੇ ਨੇ ਉਹ ਵਿਛਾਣ ਗਏ ਹੋਣ, ਹੈ ਨਾ, ਪਟੜੀਆਂ ਵਿਛਾਣ ਗਏ ਹੋਣ, ਜਾਂ ਲੱਕੜ ਦੀ ਮਿਲਾਂ ਵਿੱਚ ਕੰਮ ਕੀਤੀ ਹੋਵੇ, ਔਰ 25-20 ਘੰਟੇ ਉਹਨਾਂ ਨੇ ਜਿਹੜੇ ਉਹਨਾਂ ਦੇ ਹੱਥ ਪੈਰ ਸੁੱਜ ਜਾਂਦੇ ਸੀ ਬਰਫਾਂ ਦੇ ਵਿੱਚ, ਪਰ ਉਹ ਸਿਰਫ ਤੇ ਸਿਰਫ ਉਦੋਂ ਉਹਨਾਂ ਦੇ ਮਨ ਵਿੱਚ ਇੱਕੋ ਹੀ ਹੁੰਦੀ ਸੀ, ਜਾ ਕੇ ਪਿੰਡ ਜਾ ਕੇ ਆਪਣੀ ਜ਼ਮੀਨ ਛੁਡਾਉਣੀ ਹੈ। ਕਿਉਂਕਿ ਉਦੋਂ ਜਿਹੜੀ ਸਾਡੀ ਪੂੰਜੀਵਾਦ ਵਿਵਸਥਾ ਹੈ ਉਹ ਬਾਣੀਏ ਤੇ ਆੜਤੀਏ ਦੇ ਸੰਦਰਭ ਵਿੱਚ ਉਹਨਾਂ ਦੀਆਂ ਜ਼ਮੀਨਾਂ ਗਿਰਵੀ ਸੀ, ਤੇ ਇੱਥੇ ਰਹਿ ਕੇ ਉਹਨਾਂ ਨੂੰ ਛੁਡਾ ਹੀ ਨਹੀਂ ਸੀ ਸਕਦੇ। ਸੋ ਉਹ ਇੱਕ ਖਾਸ ਇੱਛਾ ਸੀ ਜਿਹੜੀ ਉਹਨਾਂ ਨੂੰ ਵਾਪਸ ਕਰਦੀ ਸੀ। ਹੁਣ ਉਹ ਇੱਛਾ ਨਹੀਂ ਰਹੀ, ਹੁਣ ਉਹ ਸੰਪੰਨ ਹੋ ਚੁੱਕੇ। ਹੁਣ ਤਾਂ ਕੇਵਲ ਤੇ ਕੇਵਲ ਉਹਨਾਂ ਨੂੰ ਆਪਣਾ ਸੱਭਿਆਚਾਰ, ਆਪਣਾ ਵਿਰਸਾ ਹੀ, ਆਪਣੀ ਭਾਸ਼ਾ ਹੀ ਇੱਥੇ ਜੋੜ ਸਕਦੀ ਹੈ, ਤੇ ਜੇ ਉਹ ਬਚੀ ਰਹੀ ਤੇ ਜੇ ਉਹ ਇੱਥੇ ਪ੍ਰਫੁੱਲਤ ਹੋਏਗੀ ਤਾਂ ਉਹੀ ਚੀਜ਼ਾਂ ਉਹਨਾਂ ਨੂੰ ਇੱਥੇ ਰਹਿਣ ਲਈ ਜਿਹੜੀਆਂ ਹੈ ਉਹਨਾਂ ਦੇ ਅੰਦਰ ਉਹਨਾਂ ਦੀ ਆਤਮਿਕ ਜਾਂ ਉਹਨਾਂ ਦੀ ਮਾਨਸਿਕ ਸੰਤੁਸ਼ਟੀ ਦਾ ਕਾਰਨ ਬਣ ਸਕਦੀ ਹੈ। ਇੱਕ ਮੈਮ ਸਵਾਲ ਮੈਂ ਤੁਹਾਨੂੰ ਇਹ ਕਰਨਾ ਸੀ ਵੀ ਜਿਵੇਂ ਅਸੀਂ ਦੇਖਦੇ ਵੀ ਬੱਚੇ ਸਾਡੇ ਜਿਹੜੇ ਹੈਗੇ ਸਟੂਡੈਂਟ ਬਹੁਤ ਸਾਰੇ ਵੀ ਬਾਹਰ ਜਾ ਰਹੇ ਨੇ, ਸਾਡੇ ਪਰਿਵਾਰ ਭੇਜ ਰਹੇ ਨੇ, ਤਾਂ ਬੱਚੇ ਆਪ ਵੀ ਖੁਦ ਵੀ ਜਾ ਰਹੇ, ਤੁਸੀਂ ਗੱਲ ਵੀ ਜਿਵੇਂ ਕੀਤੀ ਹੈ ਵੀ ਉੱਥੇ ਜਾ ਕੇ ਤੁਸੀਂ, ਕਿਉਂਕਿ ਤੁਹਾਡੇ ਵੀ ਬੱਚੇ ਬਾਹਰ ਗਏ, ਉਹਨਾਂ ਨੇ ਪੜ੍ਹਿਆ ਉੱਥੇ, ਤੁਸੀਂ ਹੁਣ ਰਹਿ ਵੀ ਰਹੇ ਹੋ,
ਦੇਖਿਆ ਵੀ ਹੈ ਸਾਰਾ, ਵੀ ਉੱਥੇ ਦਾ ਜਾ ਕੇ ਦਾ ਕਿਵੇਂ ਹੈ, ਉਹ ਉਹਨਾਂ ਬੱਚਿਆਂ ਦੇ ਕਿਵੇਂ ਦੀ ਜ਼ਿੰਦਗੀ ਹੈ, ਕਿਵੇਂ ਦਾ ਮਾਹੌਲ ਹੈ, ਇਹਦੇ ਬਾਰੇ ਤੁਹਾਡੇ ਕੀ ਖਿਆਲ ਹੈ? ਮੈਨੂੰ ਲਗਭਗ 3 ਦਹਾਕਿਆਂ ਤੋਂ ਮੈਨੂੰ ਜਾਣ ਦਾ ਮੌਕਾ ਮਿਲ ਰਿਹਾ, ਟੁੱਟਵਾਂ ਹੈ ਨਾ, ਮੈਨੂੰ ਕਦੀ ਜਾਣਾ ਆ ਜਾਣਾ, 4-5 ਸਾਲੀ ਜਾਣਾ ਤੇ ਫਿਰ ਆ ਜਾਣਾ ਜੀ। ਉੱਥੇ ਮੈਂ ਹੁਣ ਮੈਨੂੰ ਪਿਛਲੇ ਲੰਬੇ ਸਮੇਂ ਤੋਂ, ਕਿਉਂਕਿ 2-3 ਸਾਲਾਂ ਤੋਂ ਅਸੀਂ ਲਗਾਤਾਰ ਉੱਥੇ ਰਹਿ ਰਹੇ ਹਾਂ, ਤੇ ਜਦੋਂ ਮੈਂ ਉੱਥੇ ਮੌਕਾ ਵੀ ਮਿਲਿਆ ਵੱਖ-ਵੱਖ ਥਾਵਾਂ ਤੇ ਜਾਣ ਤੇ, ਕੈਨੇਡਾ ਵਿੱਚ ਵੀ ਤੇ ਸਾਜ ਸਭਾਵਾਂ 'ਚ ਵੀ ਜਾਣ ਦਾ ਮੌਕਾ ਮਿਲਿਆ, ਕੈਨੇਡਾ, ਅਮਰੀਕਾ, ਤੇ ਉੱਥੋਂ ਜੁੜਨ ਦਾ ਵੀ, ਖਾਸ ਕਰਕੇ ਮੈਨੂੰ ਸਟੂਡੈਂਟ ਵਿਦਿਆਰਥੀਆਂ ਨਾਲ ਜੁੜਨ ਦਾ ਵੀ ਮੌਕਾ ਮਿਲਦਾ ਰਿਹਾ, ਚਾਹੇ ਉਹ ਸਕੂਲ ਬੋਰਡ ਦੇ ਹੋਣ ਤੇ ਚਾਹੇ ਉਹ ਕਾਲਜ ਲੈਵਲ ਦੇ ਪੱਧਰ ਤੇ ਹੋਣ। ਜਿਹੜੀ ਸਾਡੇ ਇੱਥੋਂ ਜਾਣ ਵਾਲੇ ਵਿਦਿਆਰਥੀਆਂ ਦੀ ਗੱਲ ਹੈ ਤੇ ਮੈਂ ਕਹਾਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਸ ਭਵਿੱਖ ਦੀ ਆਸ ਵਿੱਚ ਜਾਂਦੇ ਨੇ, ਉਹ ਸ਼ੁਰੂ ਦੇ ਵਿੱਚ ਜੇ ਅਸੀਂ ਕਹੀਏ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜੀ। ਸਭ ਤੋਂ ਪਹਿਲੇ ਤਾਂ ਉੱਥੇ ਜਿਹੜੀ ਮੂਲ ਸਮੱਸਿਆ ਉਹਨਾਂ ਦੇ ਘਰ ਦੀ ਤੇ ਉਹਨਾਂ ਦੇ ਰੁਜ਼ਗਾਰ ਦੀ ਪੈਦਾ ਹੋ ਜਾਂਦੀ ਹੈ ਕਿ ਪੇਰੈਂਟਸ ਇੱਥੋਂ ਮਾਪਿਓ ਤਾਂ 20 ਲੱਖ ਰੁਪਏ ਲਾ ਕੇ ਭੇਜ ਦਿੰਦੇ ਨੇ, ਪਰ ਉਹ ਜਿਹੜਾ ਪੈਸੇ ਦਾ ਫਰਕ ਹੈ, 1 ਰੁਪਇਆ ਵਰਸਸ 60 ਰੁਪਏ ਜਾਂ 1 ਰੁਪਇਆ ਵਰਸਸ 80 ਰੁਪਏ ਜਾਂ 1 ਰੁਪਇਆ ਵਰਸਸ 90 ਰੁਪਏ ਜਾਂ 100 ਰੁਪਇਆ, ਉਹ ਫਰਕ ਉੱਥੇ ਜਾ ਕੇ ਮਹਿਸੂਸ ਹੁੰਦਾ ਸਭ ਤੋਂ ਪਹਿਲਾਂ ਤਾਂ ਉਸ ਵਿਦਿਆਰਥੀ ਨੂੰ ਜੀ। ਤੇ ਫਿਰ ਉੱਥੇ ਜਾ ਕੇ 4-4 5-5 ਵਿਦਿਆਰਥੀ ਇੱਕ ਬੇਸਮੈਂਟ ਦੇ ਵਿੱਚ ਰਹਿ ਰਹੇ ਹੁੰਦੇ ਨੇ ਮੁੰਡੇ, ਹੈ ਨਾ। ਉਹੀ ਬੱਚੇ ਜਿਹੜਾ ਹੁਣ ਇੱਥੋਂ 20 ਲੱਖ ਲਾ ਕੇ ਭੇਜ ਰਿਹਾ ਜਾਂ 30 ਲੱਖ ਲਾ ਕੇ ਭੇਜ ਰਿਹਾ, ਉਹ ਆਮ ਪਰਿਵਾਰ ਦਾ ਤਾਂ ਹੋਏਗਾ ਨਹੀਂ, ਠੀਕ ਹੈ ਨਾ। ਉਹਦੇ ਕੋਲ ਇੱਥੇ ਸਾਰੀਆਂ ਸੁੱਖ ਸੁਵਿਧਾਵਾਂ ਮੌਜੂਦ ਹੋਣਗੀਆਂ, ਉਹਦੇ ਕੋਲ ਚਲਾਉਣ ਲਈ ਸਵਾਰੀ ਵੀ ਹੋਏਗੀ, ਸਕੂਟਰ ਮੋਟਰਸਾਈਕਲ ਵੀ ਹੋਏਗਾ, ਕਾਰ ਵੀ ਹੋਏਗੀ, ਘਰ ਵੀ ਹੋਊਗਾ ਰਹਿਣ ਲਈ, ਛੱਤ ਵੀ ਹੋਊਗੀ, ਚੰਗਾ ਰੱਜਿਆ ਪੁੱਜਿਆ ਖਾਂਦਾ ਪੀਂਦਾ ਪਰਿਵਾਰ ਹੋਊਗਾ। ਨਾ ਵੀ ਹੋਵੇ, ਜੇ ਆਪਾਂ ਕਹਿ ਲਈਏ ਕਿ ਵੀ ਚਲੋ ਕਿੱਧਰੋਂ ਲੈ ਕੇ ਵੀ ਭੇਜਿਆ ਹੋਏਗਾ, ਤਾਂ ਵੀ ਇੱਥੇ ਜਿਹੜੀਆਂ ਨਿੱਜੀ ਲੋੜਾਂ ਨੇ ਉਹ ਉਹਦੀਆਂ ਸਹਿਜ ਹੀ ਆਪਣੇ ਮਾਪਿਓ ਕਰਕੇ ਪੂਰੀਆਂ ਹੋ ਰਹੀਆਂ ਹੋਣਗੀਆਂ, ਜਿਹੜੀਆਂ ਜਾ ਕੇ ਉਹਨੂੰ ਜ਼ੀਰੋ ਤੋਂ ਸ਼ੁਰੂ ਕਰਨਾ ਪੈ ਜਾਂਦਾ। ਇੱਕ ਪਾਸੇ ਪੜ੍ਹਾਈ ਦਾ ਬੋਝ, ਦੂਸਰੇ ਪਾਸੇ ਆਪਣੇ ਆਪ ਨੂੰ ਆਪਣੀ ਜੀਵਨ ਜਾਂਚ ਨੂੰ ਚਲਾਉਣ ਦੇ ਲਈ ਆਪਣੀ ਰੋਜ਼ੀ ਰੋਟੀ ਦੀ ਫਿਕਰ, ਆਪਣੀ ਛੱਤ ਦੀ ਫਿਕਰ ਤੇ ਆਪਣੇ ਸਕੂਲ ਕਾਲਜ ਜਾਣ ਦੀ ਫਿਕਰ, ਠੀਕ ਹੈ ਨਾ। ਹੁਣ ਉੱਥੇ ਬਰਫ਼ਾਂ ਦੇ ਵਿੱਚ ਇਹ ਬੱਚਿਆਂ ਨੂੰ ਅਸੀਂ ਕਈ ਘੰਟੇ ਪੈਦਲ ਤੁਰਦਿਆਂ, ਹੈ ਨਾ, ਦੇਖਿਆ। ਉੱਪਰ ਪਾਈਆਂ ਜੈਕਟਾਂ ਨਹੀਂ ਹੁੰਦੀਆਂ ਸੀਗੀਆਂ, ਹੈ। ਫਿਰ ਉਹ ਅਮੂਮਨ ਬੱਚੇ ਇੱਕ ਟਾਈਮ ਦੀ ਰੋਟੀ ਖਾਂਦੇ ਨੇ। ਔਰ ਜੇ ਮੈਂ ਜਦੋਂ ਅਸੀਂ ਮਤਲਬ ਪਹੁੰਚੇ ਤਾਂ ਕੋਵਿਡ ਦਾ ਸਮਾਂ ਸੀ, ਪਹੁੰਚੇ ਤਾਂ ਨਾਲ ਦੀ ਨਾਲ ਕੋਵਿਡ ਹੋ ਗਿਆ, ਹੈ ਨਾ। ਕੋਵਿਡ ਦਾ ਜਿਹੜਾ ਉਹ ਅਜਿਹੀ ਸੰਕਟ ਸਾਰੇ ਵਿਸ਼ਵ ਭਰ ਦੇ ਵਿੱਚ ਹੋਇਆ ਤੇ ਸਾਨੂੰ ਵੀ ਉਸ ਦਾ ਸਾਹਮਣਾ ਕਰਨਾ ਪਿਆ। ਪਰ ਉੱਥੇ ਜੇ ਮੈਂ ਕਹਾਂ ਤਾਂ ਸਾਡੇ ਸਿੱਖ ਭਾਈਚਾਰੇ ਨੇ, ਸਾਡੇ ਗੁਰਦੁਆਰਿਆਂ ਨੇ ਇਹਨਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਸਾਂਭਿਆ। ਔਰ ਉੱਥੇ ਇਹਨਾਂ ਬੱਚਿਆਂ ਦੇ ਲਈ ਲੰਗਰ, ਰਹਿਣਾ, ਕੱਪੜਾ, ਖਾਣਾ ਪੀਣਾ ਬਿਲਕੁਲ ਫ੍ਰੀ ਸੀ। ਪਰ ਇਹ ਸਿਰਫ ਬੱਚਿਆਂ ਨੂੰ ਇਹਦੀ ਜਾਣਕਾਰੀ ਨਹੀਂ ਹੁੰਦੀ। ਸਾਡੇ ਕੋਲ ਕੋਈ ਚੈਨਲ ਨਹੀਂ, ਕੋਈ ਮੀਡੀਆ ਨਹੀਂ ਹੈ, ਕੋਈ ਉਹਨਾਂ ਤੱਕ ਪਹੁੰਚ ਨਹੀਂ ਹੈ। ਉੱਥੇ ਬਹੁਤ ਸਾਰੀਆਂ ਸਿੱਖ ਜਿਹੜੀਆਂ NGOs ਬਣੀਆਂ ਵੀ ਹੋਈਆਂ ਨੇ, ਪਰ ਉੱਥੋਂ ਤੱਕ ਵਿਦਿਆਰਥੀਆਂ ਦੀ ਪਹੁੰਚ ਨਹੀਂ ਹੁੰਦੀ। ਵਿਦਿਆਰਥੀਆਂ ਨੂੰ ਪਤਾ ਹੀ, ਇੱਥੋਂ ਵਿਦਿਆਰਥੀ ਚਲੇ ਜਾਂਦੇ ਨੇ। ਹੁਣ ਉੱਥੇ ਉਹਨਾਂ ਕੋਲ 2 ਹੀ ਰਸਤੇ ਹੁੰਦੇ ਨੇ, ਜਾਂ ਤਾਂ ਇੱਕ ਰਸਤਾ ਜਿਹੜਾ ਗਲਤ ਪਾਸੇ ਜਾ ਰਿਹਾ, ਇੱਕ ਰਸਤਾ ਜਿਹੜਾ ਚੰਗੇ ਪਾਸੇ ਜਾ ਰਿਹਾ, ਹੈ ਨਾ। ਇੱਕ ਬਸ ਰਸਤਾ ਜਿਹੜਾ ਬਿਲਕੁਲ ਔਖ ਭਰਿਆ, ਉਹ ਵਿਚਾਰਾ ਨਾ ਇੱਧਰ ਤੁਰਦਾ ਨਾ ਉੱਧਰ ਤੁਰਦਾ, ਉਸ ਔਕੜ ਵਾਲੇ ਰਸਤੇ ਦੇ ਉੱਤੇ ਜਿਹੜਾ ਉੱਬੜ ਖਾਬੜ ਆ, ਉਹਦੇ ਤੇ ਕਦੀ ਇੰਝ ਗਿਰਦਾ, ਕਦੀ ਇੰਝ ਗਿਰਦਾ, ਕਦੀ ਇੰਝ ਗਿਰਦਾ। ਸੋ ਉਸ ਰਸਤੇ ਤੇ ਤੁਰਿਆ ਜਾਂਦਾ। ਬਹੁਤ 3-4 ਸਾਲ ਜਾ ਕੇ ਰਹਿ ਕੇ ਉਹਨੂੰ ਸਮਝ ਆਉਂਦੀ ਕਿ ਮੈਂ ਕਿਸ ਰਸਤੇ ਵੱਲ ਜਾਣਾ। ਸੋ ਬਹੁਤ ਜ਼ਿਆਦਾ ਵੱਡੀਆਂ, ਮਤਲਬ ਇੰਨਾ ਸੌਖਾ ਨਹੀਂ ਹੈ। ਮਾਪਿਆਂ ਨੂੰ ਤਾਂ ਲੱਗਦਾ ਕਿ ਵੀ ਹੁਣ ਅਗਲੀ ਫੀਸ ਆਪੇ ਕੱਟ ਲਏਗਾ ਜੀ, ਫੀਸ ਵੀ ਨਹੀਂ ਕੱਟੇਗਾ। ਪਿਓ ਅਗਲੇ ਸਾਲ ਅਗਲੇ 3 ਮਹੀਨਿਆਂ ਬਾਅਦ ਸੁਨੇਹਾ ਆ ਜਾਂਦਾ 1 ਲੱਖ ਰੁਪਇਆ ਭੇਜ ਦੇ। ਉਹਨੂੰ ਤਾਂ ਵਿਚਾਰੇ ਨੂੰ ਹਾਰ ਕੇ ਕੀ ਕਰਦਾ, ਆਪਣੀ ਪੜ੍ਹਾਈ ਛੱਡ ਕੇ ਬਹਿ ਜਾਂਦਾ ਤੇ ਫਿਰ ਪੂਰੀ ਦੀ ਪੂਰੀ ਸ਼ਿਫਟ ਲਾਣਾ ਸ਼ੁਰੂ ਕਰ ਦਿੰਦਾ। ਸੋ ਬਾਅਦ ਵਿੱਚ ਮਾਪਿਓ ਕਹਿੰਦੇ ਤੂੰ ਪੜ੍ਹਿਆ ਨਹੀਂ। ਹੁਣ ਉਹ ਕੀ ਦੱਸੇ ਕਿ ਮੈਂ ਪੜ੍ਹਾਂ ਕਿ ਮੈਂ ਮਜ਼ਦੂਰੀ ਕਰਾਂ, ਕਿ ਮੈਂ ਮਤਲਬ, ਔਰ ਉਹ ਆਪਣੇ ਸਮਰੱਥਾ ਤੋਂ ਛੋਟੀ ਉਮਰ ਦੀਆਂ ਨੌਕਰੀਆਂ, ਉਹ ਮਜ਼ਦੂਰੀਆਂ ਕਰਦੇ ਨੇ ਜਿਹੜੀਆਂ ਅਸੀਂ ਇੱਥੇ ਦੂਸਰਿਆਂ ਤੋਂ ਕਰਵਾਉਂਦੇ ਹਾਂ, ਠੀਕ ਹੈ ਨਾ। ਉਹ 에ਅਰਪੋਰਟ ਤੇ ਸਫਾਈ ਕਰ ਰਹੇ ਨੇ, ਉਹ ਕੁੱਕ ਦੀ ਨੌਕਰੀ ਕਰ ਰਹੇ ਨੇ, ਹੈ ਨਾ। ਉਹ ਸਾਬੇ ਤੇ ਲੱਗੇ ਹੋਏ ਨੇ, ਜਾਂ ਉਹ ਕਿਸੇ KFC ਮੈਕਡੀ ਦੇ ਲੱਗੇ ਹੋਏ ਨੇ, ਹੈ, ਜਾਂ ਉੱਥੇ ਫੈਕਟਰੀਆਂ ਦੇ ਵਿੱਚ ਕਰ ਰਹੇ ਨੇ, ਸਿਕਿਉਰਿਟੀ ਗਾਰਡ ਲੱਗੇ ਹੋਏ ਨੇ, ਸਲੂਟ ਮਾਰਨ ਲਈ ਉੱਥੇ ਦਰਵਾਜ਼ਿਆਂ ਤੇ ਖੜੇ ਨੇ, ਸਾਰੀ ਰਾਤ ਜਾਗਦੇ ਨੇ, ਮਤਲਬ ਰਾਤਾਂ ਜਾਗਦੇ ਨੇ ਤੇ ਦਿਨੇ ਕਾਲਜ ਜਾਂਦੇ ਨੇ। ਉਸ ਵਿਦਿਆਰਥੀ ਮਤਲਬ ਇਹ ਇੰਨਾ ਕੁ ਸੰਕਟ ਹੁੰਦਾ ਜਿਹੜਾ ਉਹਨਾਂ ਦੇ ਉੱਤੇ ਮਾਨਸਿਕ ਜਿਹੜੇ ਪ੍ਰਭਾਵ ਨੇ, ਉਹ ਇੰਨਾ ਮਾਨਸਿਕ ਜਿਹੜੇ ਪ੍ਰੈਸ਼ਰ ਨੇ ਉਹ ਇੰਨੇ ਜ਼ਿਆਦਾ ਹੁੰਦੇ ਨੇ
ਪੈਸਾ ਕਮਾਉਣ ਦੇ ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ। ਉਹ ਤੁਸੀਂ ਜੇ ਸੁਣਿਆ ਹੋਵੇ ਤਾਂ ਪਿਛਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਉੱਥੇ ਬਹੁਤ ਸਾਰੀਆਂ ਘਟਨਾਵਾਂ ਵੀ ਵੇਖਣ ਵਿੱਚ ਆਈਆਂ। ਮੈਨੂੰ ਲੱਗਦਾ ਹੈ ਕਿ ਵੀ ਜੇ ਅਸੀਂ ਆਪਣੇ ਇੱਥੇ ਭਵਿੱਖ ਵਿੱਚ ਵੀ ਇੱਥੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਜੇ ਇੱਥੋਂ ਦੀ ਪੀੜ੍ਹੀ ਨੂੰ ਜੇ ਇੱਥੋਂ ਦੇ ਭਵਿੱਖ ਨੂੰ ਬਚਾਉਣਾ ਹੈ ਜਾਂ ਇੱਥੋਂ ਮਤਲਬ ਕੱਲਾ ਪੰਜਾਬ ਹੀ ਨਹੀਂ ਇਹਦਾ ਸੰਤਾਪ ਭੋਗੇਗਾ, ਸਮੁੱਚਾ ਹਿੰਦੁਸਤਾਨ ਭੋਗੇਗਾ। ਕੱਲੇ ਪੰਜਾਬ 'ਚੋਂ ਨਹੀਂ ਪ੍ਰਵਾਸ ਹੋ ਰਿਹਾ, ਦੱਖਣ ਭਾਰਤ 'ਚੋਂ ਵੀ ਬਹੁਤ ਪ੍ਰਵਾਸ ਹੋ ਰਿਹਾ। ਮਤਲਬ ਜੇ ਸਾਡਾ ਸਾਰੀ ਭਵਿੱਖਮੁਖੀ ਪੀੜ੍ਹੀ ਬਾਹਰ ਜਾਣਾ ਸ਼ੁਰੂ ਹੋ ਗਈ ਤੇ ਇੱਥੋਂ ਦਾ ਭਵਿੱਖ ਕੌਣ ਸੰਵਾਰੇਗਾ, ਇੱਥੋਂ ਦੇ ਵਿਕਾਸ ਕੌਣ ਕਰੇਗਾ, ਹਿੰਦੁਸਤਾਨ ਦਾ ਜਾਂ ਭਾਰਤ ਦਾ ਕੀ ਹੋਏਗਾ, ਇਸ ਵਤਨ ਦਾ ਕੀ ਹੋਏਗਾ। ਸੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਪਰ ਨਿਰਸੰਦੇਹ ਉੱਥੇ ਜਿਹੜਾ ਮਤਲਬ ਵਿਦਿਆਰਥੀਆਂ ਲਈ ਜਿਹੜਾ ਸੰਕਟ ਹੈ, ਜਿਹੜੀਆਂ ਦੁਸ਼ਵਾਰੀਆਂ ਨੇ, ਉਹ ਕਿਤੇ ਇੱਥੋਂ ਨਾਲੋਂ ਕਿਤੇ ਵੱਧ ਹੁੰਦੀਆਂ ਨੇ, ਜਿਹਦੇ ਲਈ ਵਿਦਿਆਰਥੀ ਮਾਨਸਿਕ ਤੌਰ 'ਤੇ ਤਿਆਰ ਨਹੀਂ ਹੁੰਦਾ। ਔਰ ਇਹ ਸਾਨੂੰ ਉਹਨਾਂ ਲਈ ਮੈਨੂੰ ਤਾਂ ਲੱਗਦਾ ਕਿ ਸਾਨੂੰ ਜਿੰਨਾ ਵੀ ਉੱਥੇ ਸਿੱਖ ਭਾਈਚਾਰਾ ਬੈਠਾ ਜਾਂ ਜਿੰਨਾ ਪੰਜਾਬੀ ਡਾਇਸਪੋਰਾ ਬੈਠਾ, ਉਹਨਾਂ ਨੂੰ ਕੋਈ ਇਹੋ ਜਿਹਾ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਇਹਨਾਂ ਵਿਦਿਆਰਥੀਆਂ ਨੂੰ ਸਾਂਭਣ ਦੇ ਲਈ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ, ਜਾਂ ਕੋਈ ਐਸੀ ਅਵੇਅਰਨੈਸ ਜਾਂ ਅਜਿਹੀ ਜਾਗਰਤੀ ਪੈਦਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਇਹ ਬੱਚੇ ਰੁਲਣ ਨਾ ਬਲਕਿ ਆਪਣੇ ਪੈਰਾਂ 'ਤੇ ਖੜੇ ਹੋ ਸਕਣ। ਬਿਲਕੁਲ ਮੈਮ, ਬਹੁਤ ਸਾਰੇ ਤਾਂ ਉੱਥੇ ਕਰ ਵੀ ਰਹੇ ਨਾ, ਤੁਹਾਨੂੰ ਪਤਾ ਨਹੀਂ ਕੁਝ ਸੇਵਾ ਕਰ ਵੀ ਰਹੀਆਂ ਨੇ, ਖਾਸ ਕਰਕੇ। ਔਰ ਕੋਵਿਡ ਦੇ ਦੌਰਾਨ ਤਾਂ ਜਦੋਂ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਜਾਂ ਸਿੱਖ ਗੁਰਦੁਆਰਿਆਂ ਦੇ ਵਿੱਚ ਇੰਨੀ ਜ਼ਿਆਦਾ ਸੇਵਾ ਹੋਈ ਕਿ ਇਹਨਾਂ ਦੀ ਇੱਕ ਪਛਾਣ ਬਣੀ, ਹੈ ਨਾ। ਚਾਹੇ ਉਹ ਇੱਕ ਪਛਾਣ ਬਹੁਤ ਸਾਰੀਆਂ ਸੰਸਥਾਵਾਂ, ਮੈਂ ਹੁਣ ਇਸ ਤਰ੍ਹਾਂ ਮੈਨੂੰ ਨਾਮ ਨਹੀਂ ਆਪਾਂ ਲੈ ਸਕਦੇ, ਬਹੁਤ ਸਾਰੇ ਨਾਮ ਨੇ ਜਿਹੜੇ ਇਸ ਲਈ ਇਸ ਪ੍ਰਥਾਏ ਲਈ ਜਾ ਸਕਦੇ ਨੇ, ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਵਿਦਿਆਰਥੀਆਂ ਨੂੰ ਚੱਕਿਆ। ਪਰ ਮੈਂ ਕਹਿ ਰਹੀ ਹਾਂ ਕਿ ਵਿਦਿਆਰਥੀ ਇਸ ਗੱਲੋਂ ਜਾਗਰੂਕ ਨਹੀਂ ਹੈ, ਕਿਉਂਕਿ ਉਹਨਾਂ ਕੋਲ ਵਸੀਲੇ ਨਹੀਂ ਹੈ। ਬਿਲਕੁਲ ਠੀਕ ਹੈ ਨਾ, ਉਹਨਾਂ ਕੋਲ ਆਉਣ ਜਾਣ ਦੇ ਰਸਤੇ ਨਹੀਂ ਹੈ। ਹੁਣ ਇੱਕ ਵਿਦਿਆਰਥੀ ਜਿਹੜਾ ਕੈਲਗਰੀ ਦੇ ਵਿੱਚ ਜਾਂ ਵਿਨੀਪੈਗ ਦੇ ਵਿੱਚ ਬਰਫਾਂ ਦੇ ਵਿੱਚ ਰਹਿ ਰਿਹਾ, ਜੋ ਕੁਝ ਗੁਰਦੁਆਰੇ, ਉਹਦੇ ਕੋਲ ਗੁਰਦੁਆਰੇ ਪਹੁੰਚਣ ਦਾ ਸਾਧਨ ਹੀ ਨਹੀਂ ਹੁੰਦਾ। ਉਹਦੇ ਕੋਲ ਮਤਲਬ ਬਰਫਾਂ ਦੇ ਵਿੱਚ ਤੁਰ ਕੇ ਉੱਥੇ ਤੱਕ ਉਹ ਜਾ ਹੀ ਨਹੀਂ ਸਕਦਾ ਹੈਗਾ। ਸੋ ਇਹ ਇੱਕ ਬੜੀ ਵੱਡੀ ਪਰੇਸ਼ਾਨੀ ਦਾ ਸਬਬ ਸੀ, ਉਸ ਵੇਲੇ ਵੀ ਸੀ ਤੇ ਹੁਣ ਵੀ ਹੈ। ਹੁਣ ਭਾਵੇਂ ਉਸ ਸਥਿਤੀ 'ਚੋਂ ਅਸੀਂ ਨਿਕਲ ਚੁੱਕੇ ਹਾਂ, ਪਰ ਇਹ ਸਥਿਤੀ ਅਜੇ ਵੀ ਹੈ ਕਿ ਉਹ ਵਿਦਿਆਰਥੀ ਨੂੰ ਜਾਣਕਾਰੀ ਨਹੀਂ ਮਿਲਦੀ ਹੈਗੀ, ਜਾਂ ਸਾਡਾ ਅਜੇ ਉਸ ਪੱਧਰ ਦੇ ਅਸੀਂ ਅਖਬਾਰਾਂ, ਰੇਡੀਓ ਜਾਂ ਮੀਡੀਆ ਰਾਹੀਂ ਉਹ ਗੱਲ ਉਹਨਾਂ ਬੱਚਿਆਂ ਤੱਕ ਨਹੀਂ ਪਹੁੰਚਾ ਸਕੇ ਹੈਗੇ, ਜਾਂ ਬੱਚਿਆਂ ਕੋਲ ਉਹ ਸਾਧਨ ਨਹੀਂ ਹੋ ਸਕੇ ਕਿ ਪਲੱਸ 2 ਦੇ ਬਾਅਦ ਬੱਚਾ ਹੁੰਦਾ ਹੀ ਕਿੰਨਾ ਕੁ ਹੁੰਦਾ, 16-17 ਸਾਲ ਦਾ ਬੱਚਾ। ਜਾਂ ਤਾਂ ਉੱਥੇ ਹੀ ਕੋਈ ਇਹੋ ਜਿਹੀਆਂ ਲੱਗੀਆਂ ਹੋਣ, ਜਾਂ ਤੁਸੀਂ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਇਹੋ ਜਿਹੀ ਸਚੇਤਾ ਵਾਲੇ ਕੈਂਪ ਲਗਾਓ ਜਿਹਦੇ ਨਾਲ ਉਹ ਬੱਚਿਆਂ ਨੂੰ ਪਤਾ ਲੱਗ ਜਾਏ, ਜਾਂ ਉਹਨਾਂ ਦੇ ਕੋਈ ਪੀਰੀਅਡ ਹੀ ਇਹੋ ਜਿਹੇ ਹੋਣ ਜਿਹੜੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਵੀ ਹਾਂ ਵੀ ਤੁਸੀਂ ਇੱਥੋਂ ਇਹ ਮਦਦ ਲੈ ਸਕਦੇ ਹੋ। ਸ਼ਾਇਦ ਅਸੀਂ ਉੱਥੇ ਹੀ ਆਪਣੇ ਭਵਿੱਖ ਨੂੰ ਬਚਾ ਸਕੀਏ ਜਾਂ ਉਹਨੂੰ ਭਵਿੱਖ ਨੂੰ ਸਹੀ ਰਸਤੇ 'ਤੇ ਤੋਰ ਸਕੀਏ। ਉਹ ਬੱਚੇ ਮਿਹਨਤੀ ਨੇ, ਬਿਨਾਂ ਸ਼ੱਕ ਬਹੁਤ ਮਿਹਨਤੀ ਨੇ, ਪਰ ਉਹ ਮਿਹਨਤ ਜਿਹੜੀ ਹੈ ਉਹਨਾਂ ਦੀ ਸਿਰਫ ਤੇ ਸਿਰਫ ਇੱਕ ਮਜ਼ਦੂਰ ਕਾਮਾ ਬਣ ਕੇ ਰਹਿ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਸੋ ਮੈਮ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਬੜਾ ਇਹ ਜਿਹੜਾ ਵਿਸ਼ਾ ਸਾਡਾ ਅਸੀਂ ਲਿਆ ਹੈ ਤੇ ਇਹਦੇ ਤੇ ਬੜੇ ਵਿਸਤਾਰ ਨਾਲ ਔਰ ਬੜੀਆਂ ਤੁਸੀਂ ਇੱਕ ਜਿਹੜੀਆਂ ਇਹ ਸਾਨੂੰ ਪਹਿਲਾਂ ਅਸੀਂ ਕਾਫੀ ਪ੍ਰੋਗਰਾਮ ਕੀਤੇ, ਇਹਦੇ 'ਚ ਕਈ ਗੱਲਾਂ ਸਾਡੇ ਸਾਹਮਣੇ ਆਈਆਂ ਵੀ ਜਿਹੜੇ ਸੁਚੇਤ ਜਿਹੜੇ ਸਾਡੇ ਪੰਜਾਬੀ ਨਹੀਂ ਹੋ ਰਹੇ, ਆਪਣੀ ਪੰਜਾਬੀ ਨੂੰ ਲੈ ਕੇ, ਆਪਣੀ ਸਿੱਖੀ ਨੂੰ ਲੈ ਕੇ, ਜਿਹੜੇ ਇੱਥੇ ਹੈ ਜਿੱਦਾਂ ਬਾਹਰ ਵਾਲੇ ਆ, ਉਹ ਇੱਕ ਬੜੀ ਸਭ ਨੂੰ ਪਤਾ ਹੈ ਪਰ ਸੁਚੇਤ ਕਿਉਂ ਨਹੀਂ ਹੋ ਰਹੇ, ਇਹ ਕਦੋਂ ਹੋਣਗੇ, ਜਦੋਂ ਸਮਾਂ ਨਿਕਲ ਜਾਏਗਾ ਵੀ। ਉਹ ਬੜਾ ਤੁਸੀਂ ਗੱਲਾਂ ਛੂਹੀਆਂ ਨੇ। ਸੋ ਤੁਹਾਡਾ ਬੜਾ ਧੰਨਵਾਦ, ਤੁਸੀਂ ਸਮਾਂ ਦਿੱਤਾ। ਫਿਰ ਵੀ ਤੁਸੀਂ ਆਏ ਹੋ ਇੰਡੀਆ ਵਾਪਸ ਤੇ ਹੁਣ ਚਲੇ ਜਾਣਾ ਫਿਰ ਤੁਸੀਂ ਥੋੜ੍ਹੇ ਦਿਨਾਂ ਤੱਕ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਇਸ ਵਿਸ਼ੇ 'ਤੇ ਅਗਲਾ ਜਿਹੜਾ ਹੈ ਚਰਨ 'ਤੇ ਤੁਹਾਡੇ ਨਾਲ ਗੱਲ ਕਰੀਏ। ਸੋ ਮੈਡਮ, ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਅੰਮ੍ਰਿਤਪਾਲ ਕੌਰ ਜੀ, ਜਿਨ੍ਹਾਂ ਨੇ ਪ੍ਰਵਾਸ ਔਰ ਸਿੱਖ ਪ੍ਰਵਾਸ ਦੇ ਬਾਰੇ ਵਿਸਥਾਰ ਨਾਲ ਸਾਨੂੰ ਦੱਸਿਆ ਹੈ, ਕਿਵੇਂ ਜਿਹੜਾ ਪ੍ਰਵਾਸ ਹੈ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸ ਹੋ ਰਿਹਾ ਉਹ ਕਿਵੇਂ ਜਿਹੜਾ ਹੈ ਨੁਕਸਾਨਦੇਹ ਜਾਂ ਫਾਇਦੇਮੰਦ ਹੈ, ਜਾਂ ਬਾਹਰ ਜਿਹੜੇ ਪ੍ਰਵਾਸੀ ਵਸੇ ਤਾਂ ਉਹਨਾਂ ਦੀ ਜ਼ਿੰਦਗੀ ਕਿਵੇਂ ਉੱਥੇ ਜਾ ਕੇ ਕੋਈ ਆਸਾਨ ਨਹੀਂ ਹੈ ਪ੍ਰਵਾਸੀ ਬਣ ਜਾਣਾ, ਉੱਥੇ ਜਾ ਕੇ ਕਿਵੇਂ ਕਮਾਈਆਂ ਕਰਨੀਆਂ ਪੈਂਦੀਆਂ। ਪਰ ਇਹ ਪ੍ਰਵਾਸ ਦੀ ਪ੍ਰਵਿਰਤੀ ਜਿਹੜੀ ਹੈਗੀ ਹੈ ਵਰ੍ਹਿਆਂ ਤੋਂ ਚੱਲੀ ਆ ਰਹੀ ਹੈ, ਤੇ ਕਿਵੇਂ ਪ੍ਰਵਾਸੀਆਂ ਨੇ ਉੱਥੇ ਜਾ ਕੇ ਸਾਡੇ ਸਿੱਖਾਂ ਨਾਲ ਖਾਸ ਕਰਕੇ ਆਪਣੀ ਸਿੱਖੀ ਨੂੰ ਪ੍ਰਫੁੱਲਿਤ ਕੀਤਾ ਤੇ ਖੁਸ਼ਬੂ ਨੂੰ ਫੈਲਾਇਆ ਹੈ। ਤੇ ਉਹ ਇਹਨਾਂ ਨੇ ਇੱਕ ਜਿਹੜੀ ਗੱਲ ਕੀਤੀ ਵੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਇੱਕ ਵਾਤਾਵਰਨ ਹੈ ਉਹ ਉਸ ਤਰ੍ਹਾਂ ਦਾ ਨਹੀਂ ਬਣ ਸਕਿਆ, ਜਾਂ ਸਾਡੇ ਸਿੱਖ ਜਾਂ ਸਾਡੇ ਪੰਜਾਬੀ ਉਸ ਪਾਸੇ ਨੂੰ ਸੁਚੇਤ ਨਹੀਂ ਹੈ,
ਉਹ ਸਮਾਂ ਰਹਿੰਦੇ ਸੁਚੇਤ ਰਹਿਣਾ ਚਾਹੀਦਾ, ਹੋ ਜਾਣਾ ਚਾਹੀਦਾ। ਤੇ ਇਹਦੇ ਲਈ ਇਹਦੀ ਜਿਹੜੀ ਬੜੀ ਹੁਣ ਜ਼ਰੂਰਤ ਹੈ, ਸਮੇਂ ਦੀ ਜ਼ਰੂਰਤ ਹੈ। ਸੋ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਵਿਜ਼ਨ 1469 ਦੇ ਨਾਲ। ਤੇ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਸੀਂ ਜ਼ਰੂਰ ਆਪਣੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ, ਤੇ ਆਪਣਾ ਕੋਈ ਸੁਝਾਅ ਸਾਨੂੰ ਜ਼ਰੂਰ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਸਾਨੂੰ ਲਿਖਣਾ, ਤੇ ਅਸੀਂ ਉਸ ਕਮੈਂਟ ਦਾ, ਉਸ ਤੁਹਾਡੀ ਗੱਲ ਦਾ ਅਗਲੇ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਲਵਾਂਗੇ ਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਹੋਈਆਂ ਭੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।